ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਰੋਜ਼ਾਨਾ ਦੀ ਤਰ੍ਹਾਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ। ਸਭ ਤੋਂ ਪਹਿਲਾਂ ਜਿਹੜਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ, ਸਵਾਲ ਤਾਂ ਇੱਧਰੋਂ ਉੱਧਰੋਂ ਬਹੁਤ ਉੱਠਦੇ ਨੇ ਕਿ ਮੋਦੀ ਸਾਹਿਬ ਕੀ ਕਹਿੰਦੇ ਹੁੰਦੇ ਸੀ ਕਿ 2022 ਦੇ ਵਿੱਚ ਛੱਤ ਵੀ ਦੇ ਦੇਵਾਂਗੇ, ਤੁਹਾਨੂੰ ਜਲ ਵੀ ਦੇ ਦੇਵਾਂਗੇ, ਨਲ ਵੀ ਦੇ ਦੇਵਾਂਗੇ, ਨਲਕੇ ਲਵਾ ਦੇਵਾਂਗੇ, ਬਿਜਲੀ ਵੀ ਆ ਜਾਏਗੀ, ਸਾਰਾ ਕੁਝ ਹੋ ਜਾਏਗਾ। ਤਿਰੰਗਾ ਯਾਤਰਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬਹੁਤ ਵੱਡਾ ਇੱਕ ਸਿਆਸੀ ਕਹਿ ਲਓ ਕਿ ਪ੍ਰੋਗਰਾਮ ਵਾਂਗੂ ਇਹਨੂੰ ਪੇਸ਼ ਕੀਤਾ ਗਿਆ। ਵਿਰੋਧੀ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਕਿ ਤਿਰੰਗਾ ਯਾਤਰਾ ਨਹੀਂ, ਇਹ ਤਾਂ ਕੁਰਸੀ ਯਾਤਰਾ ਵੱਲ ਤੁਰੇ ਹੋਏ ਨੇ। ਜਿਸ ਤਰੀਕੇ ਦਾ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਗਿਆ, ਚਲੋ ਉਹ ਸਾਰਾ ਕੁਝ ਕਰਦੇ ਆ। ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਨਾਮ ਸੰਬੋਧਨ ਕੀਤਾ, ਕਾਫੀ ਅਹਿਮ ਗੱਲਾਂ ਕੀਤੀਆਂ, ਭਾਈ ਭਤੀਜਾਵਾਦ ਦੀ ਗੱਲ ਕਰਤੀ, ਤੇ ਫਿਰ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਬਹੁਤ ਵੱਧ ਰਿਹਾ ਹੈ। ਜਦੋਂ ਭਾਈ ਭਤੀਜਾਵਾਦ ਦੀ ਗੱਲ ਆਉਂਦੀ ਆ, ਫਿਰ ਪ੍ਰੋਫੈਸਰ ਸਾਹਿਬ ਧਿਆਨ ਜਾਂਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਨੂੰ ਇਸ ਵੇਲੇ ਕੀ ਰੁਤਬਾ ਦਿੱਤਾ ਹੋਇਆ ਉਹ ਸਭ ਨੂੰ ਪਤਾ ਹੀ ਹੈ। BCCI ਦੇ ਵਿੱਚ ਜਾਂ ਹੋਰ ਵੀ ਜਿਹੜੇ ਭਾਈ ਭਤੀਜਾਵਾਦ ਜਿਹੜਾ ਇਹ ਕਹਿੰਦੇ ਨੇ ਕਿ ਬਾਕੀ ਪਾਰਟੀਆਂ 'ਚ ਚੱਲਦਾ, ਸਾਡੇ 'ਚ ਨਹੀਂ ਚੱਲਦਾ, ਉਹ ਸਭ ਕੁਝ ਹੋ ਰਿਹਾ। ਸੁਖਵਿੰਦਰ ਜੀ, ਆਪਾਂ ਪ੍ਰਧਾਨ ਮੰਤਰੀ ਦੇ 75ਵੇਂ ਆਜ਼ਾਦੀ ਦਿਵਸ ਦੇ ਉੱਤੇ ਜਿਨ੍ਹਾਂ ਨੇ ਉਹਨਾਂ ਨੇ ਅੰਮ੍ਰਿਤ ਮਹਾਉਤਸਵ ਇਹੋ ਜਿਹਾ ਸ਼ਬਦ ਦੇ ਕੇ ਪੁਕਾਰਿਆ ਉੱਥੇ, ਤੇ ਇਸ ਭਾਸ਼ਣ ਤੇ ਕਾਫੀ ਲੋਕ ਉਤਸੁਕ ਸੀਗੇ ਕਿ ਇੰਨਾ ਖਰਚਾ ਕੀਤਾ ਗਿਆ, ਕਰੋੜਾਂ ਕਰੋੜਾਂ ਰੁਪਏ, 5 ਕਰੋੜ ਦੇ ਝੰਡੇ ਤੇ ਇੱਥੇ ਹੀ ਪੰਜਾਬ 'ਚ ਹੀ ਭੇਜ ਦਿੱਤੇ ਗਏ। ਇਹਦਾ ਮਤਲਬ ਜੇ ਪੰਜਾਬ ਛੋਟਾ ਜਿਹਾ ਸੂਬਾ, ਜੇ ਇੰਨੇ ਝੰਡੇ ਭੇਜੇ ਆ ਤੇ ਹੋਰਨਾਂ ਸੂਬਿਆਂ 'ਚ ਇਹਦਾ ਕਈ ਹਜ਼ਾਰ ਕਰੋੜ ਦਾ ਬਜਟ ਝੰਡਿਆਂ ਦੇ ਉੱਤੇ ਲੱਗਾ ਹੋਊਗਾ। ਲਾਉਣ ਤੇ ਗੱਲ ਅਲੱਗ, ਹੋਰ ਸਾਰਾ ਕੁਝ। ਤੇ ਜੇ ਏਡਾ ਵੱਡਾ ਤੁਸੀਂ ਜੋਸ਼ੋ ਖਰੋਸ਼ ਦੇ ਨਾਲ ਹਰ ਘਰ ਤਿਰੰਗਾ ਪਹੁੰਚਾਉਣਾ, ਜਲਸੇ ਜਲੂਸ, ਕੁਦਰਤੀ ਲੋਕਾਂ ਦੀਆਂ ਉਮੀਦਾਂ ਇਹ ਸੀ ਕਿ ਭਾਸ਼ਣ ਵੀ ਬਹੁਤ ਜ਼ਬਰਦਸਤ ਭਾਸ਼ਣ, ਇੱਕ ਟਰਨਿੰਗ ਪੁਆਇੰਟ ਹੋਊਗਾ। ਮੈਨੂੰ ਤੇ ਇੰਜ ਲੱਗਦਾ ਕਿ ਪਹਿਲਿਆਂ ਭਾਸ਼ਣਾਂ ਨਾਲੋਂ ਜਿਹੜੇ ਅਸੀਂ ਹਮੇਸ਼ਾ ਸੁਣਦੇ ਰਹੇ ਹਾਂ ਲਾਲ ਕਿਲੇ ਦੇ ਉੱਤੋਂ ਨਰਿੰਦਰ ਮੋਦੀ ਜੀ ਦੇ, ਉਹਦੇ ਨਾਲੋਂ ਇਹ ਭਾਸ਼ਣ ਬਹੁਤ ਹੀ ਢਿੱਲਾ ਢਾਲਾ ਜਿਹਾ ਸਲਾਬਿਆ ਹੋਇਆ ਭਾਸ਼ਣ ਸੀ ਤੇ ਉਖੜੇ ਹੋਏ ਸੀ ਪ੍ਰਧਾਨ ਮੰਤਰੀ ਕਈ ਗੱਲਾਂ। ਪਹਿਲੀ ਗੱਲ ਤੇ 1.5 ਘੰਟੇ ਦਾ ਭਾਸ਼ਣ। ਨਾਰਮਲੀ ਭਾਸ਼ਣ ਜਿਹੜਾ ਘੰਟੇ ਦੇ ਵਿੱਚ ਨਿਬੜ ਜਾਂਦਾ, 1.5 ਘੰਟੇ 'ਚ ਐਡੀ ਕਿਹੜੀ ਗੁਥਲੀ ਖੋਲਣੀ ਸੀ ਜਿਹੜੀ ਖੋਲਣੀ ਸੀ, ਗੁਥਲੀ ਨੂੰ ਗੰਢ ਪੈ ਗਈ ਸੀਗੀ। ਦੂਸਰੀ ਗੱਲ, ਥੱਲੇ ਨੂੰ ਦੇਖ ਦੇਖ ਕੇ ਬਾਰ-ਬਾਰ ਉਹ ਪੜ੍ਹ ਰਹੇ ਸੀ, ਜਿਹੜਾ ਮੋਦੀ ਦਾ ਸਟਾਈਲ ਕਦੀ ਨਹੀਂ ਹੋ ਸਕਦਾ। ਪਹਿਲਾਂ ਉਹ ਸਾਹਮਣੇ ਕਿਤੇ ਪੜ੍ਹਦੇ ਹੋਣ, ਕਿਸੇ ਟੀਪੀ ਤੋਂ ਪੜ੍ਹਦੇ ਹੋਣ, ਤੇ ਸਾਨੂੰ ਨਾ ਪਹਿਲਾਂ ਪਤਾ ਲੱਗਦਾ ਹੋਵੇ। ਤੀਜੀ ਗੱਲ, ਉਹਨਾਂ ਨੇ ਇੱਕ 5 ਨੁਕਤੇ ਰੱਖੇ ਉੱਥੇ, ਤੇ 5 ਨੁਕਤੇ ਆ ਮੇਰੇ ਕੋਲ ਪਏ ਆ ਜਿਹੜੇ, ਉਹਦੇ 'ਚ ਇਹ ਕਿਹਾ ਉਹਨਾਂ ਨੇ ਕਿ ਦੇਖੋ, ਪਹਿਲੀ ਗੱਲ ਕਿ ਸਾਨੂੰ ਤਰੱਕੀ ਦਾ ਪ੍ਰਣ ਲੈਣਾ ਚਾਹੀਦਾ, ਦੇਸ਼ ਨੂੰ ਅੱਗੇ ਲਿਜਾਣਾ ਚਾਹੀਦਾ। ਦੂਸਰਾ ਪ੍ਰਣ ਲੈਣਾ ਚਾਹੀਦਾ ਕਿ ਸਾਡੇ ਚੋਂ ਆਪਣੇ ਅੰਦਰੋਂ ਗੁਲਾਮੀ ਦੀ ਭਾਵਨਾ ਨੂੰ ਖਤਮ ਕਰਨਾ ਚਾਹੀਦਾ। ਤੀਸਰਾ ਸਾਨੂੰ ਆਪਣੀ ਵਿਰਾਸਤ ਤੇ ਗਰਵ ਹੋਣਾ ਚਾਹੀਦਾ। ਚੌਥਾ ਜਿਹੜਾ ਏਕਤਾ ਤੇ ਇਕਜੁੱਟਤਾ ਹੋਣੀ ਚਾਹੀਦੀ ਹੈ। ਤੇ ਪੰਜਵਾਂ, ਨਾਗਰਿਕਾਂ ਨੂੰ ਆਪਣਾ ਕਰਤੱਵ ਭੁੱਲਣਾ ਨਹੀਂ ਚਾਹੀਦਾ ਦੇਸ਼ ਪ੍ਰਤੀ। ਹੁਣ ਜੇ ਮੈਂ ਕੱਲੇ ਦੀ ਇਹ ਗੱਲ ਕਰਾਂ, ਪਹਿਲੀ ਗੱਲ ਤੇ ਇਹ ਹੈ, ਇਹ ਆਪਣੇ ਆਪ 'ਚ ਹੀ ਇੰਨੀਆਂ ਫਲॉड ਫਾਰਮੂਲੇਸ਼ਨ ਹੈਗੀਆਂ। ਕਿਹਨੂੰ ਕੀ ਕਹਿਣਾ ਚਾਹੁੰਦੀ ਹੈ ਦੱਸੋ ਨਾ ਤੁਸੀਂ। ਇੱਕ ਜਨਰਲ ਦੀਆਂ ਗੱਲਾਂ, ਜਿਵੇਂ ਬਾਬਾ ਜੀ ਬੈਠੇ ਧੂਣੀ ਵਾਲੇ ਤੇ ਪ੍ਰਵਚਨ ਕਰ ਰਹੇ ਆ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆ। ਦੇਸ਼ ਦਾ 75 ਸਾਲਾਂ ਦਾ ਲੇਖਾ ਜੋਖਾ ਉੱਥੇ ਆਉਣਾ ਚਾਹੀਦਾ ਸੀਗਾ, ਖੁੱਲ ਕੇ ਆਉਣਾ ਚਾਹੀਦਾ ਸੀ। ਕਿਹਨੇ ਕੀ ਕੀਤਾ, ਕਿਹਨੇ ਨਹੀਂ ਕੀ ਕੀਤਾ, ਕੀ ਸਾਡੀਆਂ ਕਮੀਆਂ ਔਰ ਕੀ ਅਚੀਵਮੈਂਟ, ਨਹਿਰੂਵੀਅਨ ਪੀਰੀਅਡ ਕੀ ਸੀ, ਇੰਦਰਾ ਦਾ ਪੀਰੀਅਡ ਕੀ ਸੀ, ਉਦੋਂ ਬਾਅਦ ਅਸੀਂ ਕੀ ਕੀਤਾ, ਅਟਲ ਬਿਹਾਰੀ ਵਾਜਪਾਈ ਨੇ ਕੀ ਕੀਤਾ, ਤੇ ਤੁਸੀਂ ਹੁਣ ਤੱਕ ਕੀ ਕੜੀ ਘੋਲੀ। ਇਹ ਸਾਰਾ ਲੇਖਾ ਜੋਖਾ 75 ਸਾਲਾਂ ਦਾ ਜਦੋਂ ਇੰਨਾ ਜਸ਼ਨ ਮਨਾਇਆ, ਇੰਨਾ ਟੈਂਪਰੇਚਰ ਚੜਾਇਆ, ਤੇ ਤੁਸੀਂ ਕਿਉਂ ਨਹੀਂ ਦਓਗੇ ਵੀ ਦੇਸ਼ ਨੂੰ? ਇਹ ਡੈਮੋਕ੍ਰੇਸੀ ਹੈ। ਉੱਥੇ ਵੱਡੇ ਵੱਡੇ ਲਫ਼ਜ਼ ਛੱਡਿਆ ਕਿ ਦੇਖੋ ਜੀ, ਇੰਡੀਅਨ ਡੈਮੋਕ੍ਰੇਸੀ ਮਦਰ ਡੈਮੋਕ੍ਰੇਸੀ ਆ। ਅੱਜ ਮੈਂ ਮਦਰ ਡੈਮੋਕ੍ਰੇਸੀ ਦੇ ਉੱਤੇ ਲੱਭਣਾ ਚਾਹੁੰਦਾ ਸੀ, ਮੈਂ ਇਨਫੋਰਮੇਸ਼ਨ ਪਾਈ ਤੇ ਸਭ ਜਗ੍ਹਾ ਮੋਦੀ ਮੋਦੀ ਮੋਦੀ, ਪਤਾ ਨਹੀਂ 25-30 ਨਿਊਜ਼ ਆਈਟਮ ਆ ਗਈਆਂ ਜਿੱਥੇ ਮੋਦੀ ਜੀ ਦਾ ਇੰਡੀਅਨ ਡੈਮੋਕ੍ਰੇਸੀ ਜਿਹੜੀ ਆ ਉਹ ਮਦਰ ਡੈਮੋਕ੍ਰੇਸੀ, ਸਾਰਿਆਂ ਦੀ ਮਾਂ ਡੈਮੋਕ੍ਰੇਸੀ, ਇਹ ਕਦੋਂ ਦੀ ਬਣ ਗਈ ਭਈ? ਐਵੇਂ ਤੁਸੀਂ ਉੱਤੇ ਝੂਠ ਦਾ ਹੀ ਮੋਹਰਾਂ ਲਾਈ ਜਾਣੀਆਂ, ਕਿਹੜੀ ਗੱਲ ਆ? ਫਿਰ ਉਹ ਸੋਕਰੇਟਿਸ ਕਿਉਂ ਮਰਿਆ?
ਮੈਜੋਰਿਟੀ ਦੇ ਨਾਲ ਮਰਿਆ ਸੀਗਾ। ਉਹ ਡੈਮੋਕ੍ਰੇਸੀ ਨਹੀਂ ਸੀ ਐਥਨਸ ਦੇ ਵਿੱਚ। ਸਾਰੀ ਦੁਨੀਆ ਜਾਣਦੀ, ਬੱਚਾ ਜਾਣਦਾ, 5ਵੀਂ ਕਲਾਸ ਦਾ ਹਰ ਕੋਈ ਬੱਚਾ ਜਾਣਦਾ। ਜਾਂ ਤੇ ਫਿਰ ਮੋਦੀ ਜੀ ਪੜ੍ਹੇ ਹੀ ਨਹੀਂ ਹੈਗੇ। ਜੇ ਪੜ੍ਹੇ ਆ ਤੇ ਉਹਨਾਂ ਨੂੰ ਇਹ ਲਾਜ਼ਮੀ ਪਤਾ ਹੋਣਾ ਚਾਹੀਦਾ ਕਿ ਐਥਨਸ ਦੇ ਵਿੱਚ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਹੋਈ 2500 ਸਾਲ ਪਹਿਲਾਂ। ਉਦੋਂ ਬਾਅਦ ਜਿਹੜੇ ਤੁਹਾਡੇ ਤੇ ਰਾਜ ਕਰਕੇ ਗਏ ਅੰਗਰੇਜ਼, ਉਹਨਾਂ ਦੀ ਇੱਕ ਲੰਮੀ ਹਿਸਟਰੀ ਆ। ਬਿਨਾਂ ਕਿਸੇ ਕਨਸਟੀਟਿਊਸ਼ਨ ਤੋਂ, ਸੰਵਿਧਾਨ ਤੋਂ ਅੱਜ ਤੱਕ ਆਪਣੀ ਡੈਮੋਕ੍ਰੇਸੀ ਚਲਾ ਰਹੇ ਆ। ਤੁਹਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਫੇਲ ਆ। ਤੇ ਕਿਹਦੀ ਪੂਛ ਨੂੰ ਤਾਂ ਤੁਸੀਂ ਚੱਕ ਰਹੇ ਆ ਬਈ? ਆਪਣੇ ਮੂੰਹੋਂ ਮੀਆਂ ਮਿੱਠੂ ਇਹ ਠੀਕ ਨਹੀਂ ਲੱਗਾ। ਜਾਨੀ ਲੋਕਾਂ 'ਚ ਮਜ਼ਾਕ ਉੱਡਦਾ। ਮੇਰਾ ਕਹਿਣ ਦਾ ਮਤਲਬ, ਸਾਡੇ ਪ੍ਰਧਾਨ ਮੰਤਰੀ ਹੈ, ਸਾਡੀ ਇੱਜ਼ਤ ਆ, ਸਾਡੇ ਮਾਣ ਹੈਗਾ ਆ, ਦੇਸ਼ ਦਾ ਮਾਣ ਆ, ਪੂਰੀ ਦੁਨੀਆ ਸੁਣਦੀ ਆ ਉਹਨਾਂ ਦੀ, ਉਹਨਾਂ ਤੋਂ ਉਮੀਦਾਂ ਵੀ ਰੱਖਦੀ ਹੈ, ਔਰ ਬਹੁਤ ਚੰਗੇ ਸਪੀਕਰ ਵੀ ਹੈ। ਪਰ ਜੇ ਤੁਸੀਂ ਸੁਦਾਈ ਝੂਠ ਗੁੰਨਣ ਲੱਗ ਜਾਓਗੇ, ਜਿਹਨੂੰ ਪੋਸਟ ਟਰੁੱਥ ਕਹਿੰਦੇ ਅਸੀਂ ਬਾਰ-ਬਾਰ, ਕਿ ਕੋਈ ਵੀ ਝੂਠ ਬੋਲ ਕੇ ਉਹਨੂੰ ਸੱਚਾਈ ਬਣਾ ਦੇਣਾ, ਇਸ ਤਰ੍ਹਾਂ ਹਮੇਸ਼ਾ ਥੋੜੀ ਪੋਸੀਬਲ ਹੈਗਾ, ਇਹ ਮੁਮਕਿਨ ਨਹੀਂ ਹੈਗਾ। ਇਹ 5 ਜਦੋਂ ਨੁਕਤੇ ਜਿਹੜੇ ਮੈਂ ਹੁਣੇ ਪੜ੍ਹ ਕੇ ਸੁਣਾਏ ਸੀ, ਉਦੋਂ ਬਾਅਦ ਫਿਰ ਆ ਗਏ ਵੈਕਸੀਨੇਸ਼ਨ ਤੇ। ਫਿਰ ਅਸੀਂ ਆਹ ਕੀਤਾ, ਹੋਰ ਖੁੱਲੇ ਟਾਇਲਟ, ਜਿਹੜੇ ਟਾਇਲਟ ਸੀਗੇ ਉਹ ਬਣਵਾਏ, ਸ਼ੌਚ ਜਿਹੜਾ ਸੀਗਾ ਉਹ ਖੁੱਲੇ ਤੇ ਉਹ ਬੰਦ ਕਰਵਾਇਆ, ਨਾਲੇ ਜਾਲ, ਕਈ ਕੁਝ ਗੱਲਾਂ ਕਰਕੇ 5-4 ਮਿੰਟ ਫਿਰ ਉਹ 5 ਪੁਆਇੰਟਾਂ ਤੇ ਆ ਗਏ। ਮੈਂ ਕਿਹਾ ਯਾਰ ਇਹ ਪੁਆਇੰਟ ਤੇ ਪਿੱਛੇ ਰਹਿ ਗਏ ਸੀ, ਟੀਪੀ ਫੇਰ ਘੁੰਮ ਗਈ ਹੈ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਪਤਾ ਨਹੀਂ ਕਿਉਂ ਉਖੜੇ ਪ੍ਰਧਾਨ ਮੰਤਰੀ ਸੀਗੇ। ਜਾਂ ਤੇ ਉਹਨਾਂ ਨੇ ਪੂਰੀ ਤਿਆਰੀ ਨਹੀਂ ਕੀਤੀ, ਕੋਈ ਗੱਲ ਆ, ਜਾਂ ਕੋਈ ਐਉਂ ਅੰਦਰ ਆਤਮਕ ਉਹਨਾਂ ਦੀ ਆਵਾਜ਼ ਕਹਿ ਰਹੀ ਸੀ ਵੀ ਯਾਰ ਇੰਨਾ ਵੀ ਨਾ ਕਰੋ, ਬਥੇਰਾ ਕਰ ਲਿਆ ਹੁਣ। ਤੇ ਜੋ ਕਹਿਣਾ ਚਾਹੁੰਦੇ ਸੀ ਉਹ ਕਿਹਾ ਨਹੀਂ ਸੀ ਜਾ ਰਿਹਾ, ਜੋ ਕਿਹਾ ਜਾ ਰਿਹਾ ਸੀਗਾ ਉਹਦੇ ਨਾਲ ਦਿਲ ਦੀ ਕਿਤੇ ਸਹਿਮਤੀ ਨਹੀਂ ਸੀ ਹੋ ਰਹੀ। ਇਸ ਕਿਸਮ ਦੀ ਕੁਝ ਲੱਗਦਾ, ਜਾਂ ਇੰਜ ਲੱਗਦਾ ਸੀ ਕਿ ਅੱਗੇ ਬੈਠੀ ਪਾਪੂਲੇਸ਼ਨ ਆ ਵਾਸੀਆਂ ਲੈ ਰਹੀ ਹੈ ਵੀ ਮੈਂ ਬਹੁਤ ਜ਼ੋਰ ਤੇ ਲਾ ਰਿਹਾ, ਪਰ ਉਹ ਮਗਨ ਤੇ ਮਸਤ ਨਹੀਂ ਹੋ ਰਹੇ ਬੀਨ ਦੇ ਉੱਤੇ। ਇਹ ਵੀ ਕਈ ਵਾਰੀ ਸਪੀਕਰ ਨੂੰ ਬੜਾ ਡਿਸਪੁਆਇੰਟਿੰਗ ਹੁੰਦਾ ਆ। ਕੋਈ ਤੇ ਗੱਲ ਸੀਗੀ, ਪ੍ਰਧਾਨ ਮੰਤਰੀ ਜਿੰਨੇ ਵੱਡੇ ਸਾਡੇ ਭਾਸ਼ਣਕਾਰ ਹੈਗੇ ਆ, ਉਹ ਤੇ ਜਾਦੂ ਕਰ ਦਿੰਦੇ ਆ ਲੋਕਾਂ ਤੇ। ਉਹ ਅੱਜ ਜਾਦੂ 75ਵੇਂ ਅੰਮ੍ਰਿਤ ਮਹਾ ਉਤਸਵ ਤੇ ਆਜ਼ਾਦੀ ਤੇ ਮਿਸਿੰਗ ਸੀਗਾ। ਮੈਂ ਤੁਹਾਨੂੰ ਇਹ ਇੱਕ ਐਗਜ਼ਾਮਪਲ ਦਿੰਦਾ, ਹੋਰ ਬਹੁਤ ਸਾਰੀਆਂ ਉਹਦੇ ਚ ਗੱਲਾਂ ਸੀਗੀਆਂ। ਹੁਣ ਆਪਾਂ ਜਿਹੜੇ ਇਹ 5 ਨੁਕਤੇ ਰੱਖੇ, ਜੇ ਉਹਨਾਂ ਵੱਲ ਜਿਹੜਾ ਤਰੱਕੀ ਦਾ, ਵੀ ਇਹ ਕਿਤੇ ਲੋਕਾਂ ਨੇ ਕਰਨੀ ਆ, ਲੋਕਾਂ ਨੂੰ ਤੇ ਰੁਜ਼ਗਾਰ ਹੀ ਨਹੀਂ ਮਿਲਦਾ, ਤਰੱਕੀ 'ਚ ਹਿੱਸਾ ਕਿਵੇਂ ਲੈਣ? ਲੋਕਾਂ ਨੂੰ ਤੇ ਐਜੂਕੇਸ਼ਨ ਨਹੀਂ ਮਿਲਦੀ, ਲੋਕਾਂ ਨੂੰ ਤੇ ਪਤਾ ਹੀ ਨਹੀਂ ਹੈ। ਅੱਧੇ ਲੋਕਾਂ ਨੂੰ ਇਹ ਨਹੀਂ ਪਤਾ ਪ੍ਰਧਾਨ ਮੰਤਰੀ ਕੌਣ ਆ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਰੀ ਜਾਓ। ਜੇ 80% ਗਰੀਬ ਔਰਤਾਂ ਨੂੰ, ਪਿੰਡਾਂ ਦੀਆਂ ਨੂੰ, ਐਗਰੀਕਲਚਰ ਲੇਬਰ ਦੀਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਚੀਫ ਮਿਨਿਸਟਰ ਕੌਣ ਹੈ, ਤੇ ਪ੍ਰਧਾਨ ਮੰਤਰੀ ਦਾ ਕਿੱਥੋਂ ਪਤਾ ਲੱਗਣਾ? ਰੌਲੇ ਰੱਪੇ 'ਚ ਭਾਵੇਂ ਲੋਕਾਂ ਦੇ ਵਿੱਚ ਘਰੋਂ ਘਰੀ ਪਹੁੰਚਾਤੀ ਹੋਵੇ ਫੋਟੋ, ਤੇ ਲੋਕ ਮਜਬੂਰ ਨਾ ਜਾਣ ਗਏ ਹੋਣ। ਇਹ ਗੱਲਾਂ ਦਾ ਕੋਈ ਨਹੀਂ। ਤਰੱਕੀ 'ਚ ਜੇ ਕੋਈ ਰੁਕਾਵਟ ਆ ਤੇ ਤੁਹਾਡੀ ਪਲੈਨਿੰਗ ਹੈ, ਜਿਨ੍ਹਾਂ ਨੂੰ ਰਾਜ ਦੀ ਸੱਤਾ ਦੀ ਚਾਬੀ ਫੜਾਈ ਹੋਈ ਹੈ, ਇਹ ਲੋਕਾਂ ਦਾ ਕਸੂਰ ਆ। ਤੇ ਤੁਸੀਂ ਲੋਕਾਂ ਨੂੰ ਕਹੀ ਜਾਂਦੇ ਆ ਕਿ ਇਹਦੇ 'ਚ ਹੁਣ ਭਰੋਸਾ ਕਰਕੇ ਆਪਾਂ ਇੱਕ ਪਰਨ ਲਓ ਕਿ ਅਸੀਂ ਇਸ ਨੂੰ ਸਭ ਤੋਂ ਜ਼ਿਆਦਾ ਵਿਕਸਿਤ ਦੇਸ਼ ਆਉਣ ਵਾਲੇ 25 ਸਾਲਾਂ 'ਚ ਕਰਨਾ। ਮਤਲਬ ਹੁਣ ਸਾਨੂੰ ਪੁੱਛੋ ਨਾ ਵੀ 2024 'ਚ ਕੋਈ ਗੱਲ ਨਾ ਕਰਿਓ, 2023 'ਚ ਨਾ ਗੱਲ ਕਰਿਓ, 47 'ਚ ਮਿਲਾਂਗੇ, ਚੱਲੋ ਲੰਮੇ ਤੁਰੇ ਚੱਲੋ। ਖਾਸ ਕਰ ਨੌਜਵਾਨਾਂ ਨੂੰ ਤੇ ਬਿਲਕੁਲ ਹੀ ਉਹਨਾਂ ਦੀ ਹਵਾ ਕੱਢ ਕੇ ਰੱਖਦੀ। ਕਹਿੰਦੇ ਆ ਨੌਜਵਾਨ ਬੈਠੇ ਜਿਹੜੇ ਮੇਰੇ ਸਾਹਮਣੇ, ਮੈਂ ਇਹਨਾਂ ਨੂੰ ਕਹਿਣਾ ਅਸੀਂ ਤੇ ਜੋ ਕਰਨਾ ਸੀ ਕਰ ਲਿਆ, 47 ਤੱਕ ਦੇਖੋ ਤੇ ਲੱਗ ਜਾਓ ਤੇ ਡਟ ਜਾਓ। ਇਹ ਉਹਨਾਂ ਨੂੰ ਸੁਨੇਹਾ ਸੀ। ਉਹ ਵਿਚਾਰਿਆਂ ਦੇ ਪਤਾ ਨਹੀਂ ਕਿਵੇਂ ਜੇ ਰੰਗ ਇੱਕ ਆਉਂਦਾ ਹੋਊ ਤੇ ਅੱਗੇ ਬੈਠਿਆਂ ਦਾ ਇੱਕ ਜਾਂਦਾ ਹੋਊ। ਗੁਲਾਮੀ ਦੀ ਭਾਵਨਾ ਖਤਮ ਕਰਨੀ ਤੁਹਾਡੇ 'ਚ ਹੋਊਗੀ, ਸਾਡੇ ਤੇ ਕਰੀ ਨਹੀਂ ਸੀ। ਇਹ ਨਹੀਂ ਖਤਮ ਕਰਨੀ, ਤੁਸੀਂ ਕਰੋ ਆਪਣੀ, ਜਿਨ੍ਹਾਂ ਨੂੰ ਗੁਲਾਮੀ ਲੱਗ ਰਹੀ ਆ। ਤੇ ਜੇ ਤੁਸੀਂ ਗੁਲਾਮੀ ਦੀ ਭਾਵਨਾ ਇਹ ਕਹਿੰਦੇ ਕਿ ਔਰਤ, ਆਦੀਵਾਸੀ ਤੇ ਦਲਿਤਾਂ ਨੇ ਕਰਨੀ ਆ, ਉਹ ਵੀ ਤੁਸੀਂ ਕਰਨੀ ਆ। ਤੁਸੀਂ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਬਰਾਬਰ ਦੇ ਦਿਓ, ਉਹਨਾਂ ਨੂੰ ਮੌਕੇ ਬਰਾਬਰ ਦੇ ਦਿਓ, ਉਹ ਵੀ ਗੁਲਾਮੀ। ਜੇ ਸਮਾਜਿਕ ਗੁਲਾਮੀ ਦੀ ਗੱਲ ਕਰਦੇ ਆ, ਜੇ ਉਹ ਵੀ ਤੁਸੀਂ ਆਪ ਦੂਰ ਕਰਨੀ ਹੈ, ਲੋਕਾਂ ਨੂੰ ਕੀ ਕਹਿੰਦੇ ਆ? ਕਿਹੜਾ ਗੁਲਾਮ ਹੋਣਾ ਚਾਹੁੰਦਾ? ਲੋਕਾਂ ਨੇ ਦੂਰ ਕਰਨੀ ਹੈ। ਲੋਕ ਤਾਂ ਫਿਰ ਡੰਡਿਆਂ ਨਾਲ ਕਰਨਗੇ, ਝੰਡਿਆਂ ਨਾਲ ਨਹੀਂ ਕਰਨਗੇ। ਫਿਰ ਤਿਰੰਗੇ ਲੈ ਨਹੀਂ ਹੋਣਗੇ, ਫਿਰ ਤੇ ਮੁਕਾਬਲਿਆਂ 'ਚ ਹੋਊਗੀ। ਤੇ ਤੁਸੀਂ, ਤੁਹਾਡੇ ਹੱਥ ਦੇਸ਼ ਦੀ ਚਾਬੀ ਹੈਗੀ, ਤੁਸੀਂ ਉਹ ਗੁਲਾਮੀ ਸਮਾਜਿਕ ਵੀ ਦੂਰ ਕਰੋ, ਵਿਤਕਰੇ ਦੂਰ ਕਰੋ, ਲੁੱਟ ਖਸੁੱਟ ਦੂਰ ਕਰੋ। ਤੇ ਜੇ ਤੁਹਾਡੇ ਮਨ 'ਚ ਗੁਲਾਮੀ
ਕੋਈ ਆਪਣੀ ਬੈਠੀ ਆ ਕਿ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕਰ ਲਿਆ, ਸਾਡੇ ਤੇ ਪੁਰਤਗੀਜ਼ੀ ਫ੍ਰੈਂਚ ਵੀ ਰਾਜ ਕਰ ਗਏ, ਇੱਥੇ ਮੁਗਲ ਵੀ ਰਾਜ ਕਰ ਗਏ, ਇੱਥੇ ਇਸਲਾਮ ਵਾਲੇ ਮੁਸਲਮਾਨ ਵੀ ਰਾਜ ਕਰ ਗਏ, ਅਸੀਂ ਇੰਨੇ ਮਾੜੇ ਸੀ, ਸਾਡੇ ਮੰਦਿਰ ਵੀ ਲੁੱਟ ਕੇ ਲੈ ਜਾਂਦੇ ਸੀਗੇ। ਜੇ ਇਹੋ ਜਿਹੀਆਂ ਗੱਲਾਂ ਜਿਹੜੇ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਤੁਹਾਡੇ ਮਨ 'ਚ ਬੈਠੀਆਂ ਤੇ ਤੁਸੀਂ ਦੂਰ ਕਰੋ। ਤੁਸੀਂ ਕਹੋ ਆਪਣੇ ਆਪ ਨੂੰ ਅਸੀਂ ਸ਼ੇਰ ਹਾਂ, ਤੁਸੀਂ ਕਹੋ ਕਿ ਅਸੀਂ ਇਸ ਕਿਸਮ ਦਾ ਤੁਸੀਂ ਆਪਣੇ 'ਚ ਜਜ਼ਬਾ ਕਰੋ। ਲੋਕਾਂ 'ਚ ਜਜ਼ਬਾ ਬਹੁਤ ਹੈ, ਲੋਕਾਂ 'ਚ ਹੀਣ ਭਾਵਨਾ ਨਹੀਂ ਹੈ। ਤੀਜਾ ਉਹਨਾਂ ਨੇ ਜਿਹੜਾ ਨੁਕਤਾ ਰੱਖਿਆ ਕਿ ਵਿਰਾਸਤ ਪਰ ਗੌਰ ਹੋਣਾ ਚਾਹੀਏ। ਮੈਂ ਉਹਨਾਂ ਦੇ ਸ਼ਬਦ ਨੋਟ ਕੀਤੇ, ਮੈਂ 1.5 ਘੰਟਾ ਟਾਈਮ ਲਾਇਆ, ਇਸ ਕਰਕੇ ਮੈਨੂੰ ਹੁਣ ਇੰਨਾ ਕਿਤੇ ਟਾਈਮ ਚਾਹੀਦਾ। ਵਿਰਾਸਤ ਪਰ ਗਰਵ ਹੋਣਾ ਚਾਹੀਏ ਵੀ ਹੈਗਾ ਸਾਨੂੰ। ਅਸੀਂ ਸ਼ਹੀਦੀਆਂ ਪਾ ਕੇ ਦੇਸ਼ ਦੀ ਆਜ਼ਾਦੀ ਲਈ ਹੈ, ਕੋਈ ਇਸ ਤਰ੍ਹਾਂ ਭੀਖ ਮੰਗ ਕੇ ਤੇ ਨਹੀਂ ਲਈ। ਬੰਗਾਲੀਆਂ ਨੇ ਵੀ ਬਹੁਤ ਕੀਤਾ, ਹੋਰਨਾਂ ਦੇਸ਼ ਵਾਸੀਆਂ ਨੇ ਬਹੁਤ ਕੀਤਾ, ਸਾਊਥ ਨਾਰਥ ਸਾਰੇ ਜਿਨ੍ਹਾਂ ਦਾ ਵੀ ਜਿੱਥੇ ਜਿੰਨਾ ਭੂਮਿਕਾ ਸੀ ਉਹ ਨਿਭਾਈ ਹੈ। ਗੁਜਰਾਤ ਦੀ ਦੱਸੋ ਕਿੰਨੀ ਸੀਗੀ, ਤੁਸੀਂ ਆਪਣੀ ਦੱਸੋ ਨਾ, ਕਿੰਨੇ ਕੁ ਸ਼ਹੀਦ ਹੋਏ ਤੁਹਾਡੇ, ਸਾਨੂੰ ਗਿਣਤੀ ਦੋ ਸਾਰੇ ਦੇਸ਼ 'ਚ ਨੈਟ ਤੇ ਪਾ ਕੇ ਦੱਸੋ। ਫੌਜ ਵਿੱਚ ਕਿੰਨੇ ਗਿਆ, ਉੱਥੇ ਵੀ ਕਿੰਨੇ ਕੁ ਸ਼ਹੀਦ ਹੋਇਆ ਉਹ ਵੀ ਦੱਸ ਦਿਓ, ਤੇ ਪੈਸਾ ਸਾਰਾ ਉੱਥੇ ਇਕੱਠਾ ਹੋਈ ਜਾਂਦਾ। ਤੇ ਵਿਰਾਸਤ ਦੇ ਵਿੱਚ ਸਾਨੂੰ ਤੇ ਗਰਵ ਹੈਗਾ, ਤੁਹਾਨੂੰ ਹੀ ਵਿਰਾਸਤ ਦੇ ਵਿੱਚ ਕਾਣੋ ਲੱਗਦੀ ਹੈ। ਜੇ ਵਿਰਾਸਤ ਤੇ ਗਰਵ ਕਰਨਾ ਤਾਂ ਫਿਰ ਉਹਦੇ ਵਿੱਚ ਤੁਹਾਡੀ ਵਿਰਾਸਤ ਵਿੱਚ ਆ ਸਾਰਾ ਕੁਝ ਹੈਗਾ ਜਿਹੜਾ ਮੈਂ ਗਿਣਾਇਆ। ਉੱਥੇ ਬੁੱਧ ਵੀ ਹੈ, ਉੱਥੇ ਗੁਰੂ ਨਾਨਕ ਵੀ ਹੈ, ਉੱਥੇ ਕਬੀਰ ਵੀ ਹੈ, ਉੱਥੇ ਫਰੀਦ ਵੀ ਹੈ, ਉੱਥੇ ਮੁਗਲ ਵੀ ਹੈ, ਔਰੰਗਜ਼ੇਬ ਵੀ ਹੈ, ਉੱਥੇ ਅੰਗਰੇਜ਼ ਵੀ ਹੈ। ਬਾਬਾ ਰਿਦਮ ਜਿਹਾ ਬਣ ਗਿਆ, ਔਰੰਗਜ਼ੇਬ ਵੀ ਹੈ ਤੇ ਅੰਗਰੇਜ਼ ਵੀ ਹੈ। ਕਰੋ ਫਿਰ, ਤੇ ਡੈਮੋਕ੍ਰੇਸੀ ਤੁਹਾਨੂੰ ਉਹ ਦੇ ਕੇ ਗਏ। ਫਿਰ ਤੁਸੀਂ ਸਾਰੇ ਫਿਰ ਕਿਉਂ ਰੋਜ਼ ਸਟੇਸ਼ਨਾਂ ਦੇ ਨਾਂ ਬਦਲਦੇ ਆ, ਗਲੀਆਂ ਮਹੱਲਿਆਂ ਦੇ ਨਾਂ ਬਦਲਦੇ ਆ ਵੀ ਅਸੀਂ ਹੁਣ ਖਤਮ ਕਰ ਦੇਣਾ। ਤੁਸੀਂ ਲਾਲ ਕਿਲੇ ਤੋਂ ਖੜੇ ਹੋ ਕੇ ਉੱਥੇ ਉਹਨੂੰ ਕਾਲਾ ਕਰ ਦਿਓ। ਕਿਉਂ ਲਾਲ ਕਿਲਾ ਆਇਆ, ਕਿਉਂ ਕਿਸੇ ਨੇ ਬਣਾਇਆ, ਕਿਉਂ ਉਹਦੇ ਤੇ ਜਾ ਕੇ ਤੁਸੀਂ ਭਾਸ਼ਣ ਦਿੰਦੇ ਆ। ਇਹ ਤੁਹਾਡੀ ਵਿਰਾਸਤ ਆ, ਤੁਹਾਨੂੰ ਮਾਣ ਹੋਣਾ ਚਾਹੀਦਾ। ਅੰਗਰੇਜ਼ ਤੁਹਾਨੂੰ ਪਾਰਲੀਮੈਂਟ ਬਣਾਤੀ, ਕੀ ਮਾੜੀ ਗੱਲ ਕਰਤੀ ਬਈ, ਉੱਥੇ ਬੈਠ ਕੇ ਤੁਸੀਂ ਕਰਦੇ ਹੋ। ਹੁਣ ਨਵੀਂ ਬਣਾਉਣੀ ਆ ਨਵੀਂ ਬਣਾ ਲਓ, ਪਰ ਉਹ ਹੀ ਹੈ, ਉਹ ਤੁਹਾਡੀ ਵਿਰਾਸਤ ਆ। ਬਿਲਕੁਲ। ਤੇ ਇਸ ਲਈ ਜੇ ਵਿਰਾਸਤ ਵਿੱਚ ਗਰਵ ਕਰਨਾ ਚਾਹੀਏ ਤੇ ਉਹ ਵਿਰਾਸਤ ਸਾਂਝੀ ਵਿਰਾਸਤ ਆ, ਮੈਂ ਤੁਹਾਨੂੰ ਕਹਿ ਰਿਹਾ। ਉਹਨੂੰ ਤੁਸੀਂ ਇਹ ਨਹੀਂ ਕਿ ਇੰਨੀ ਕਿਤੇ ਮੈਨੂੰ ਚੰਗੀ ਲੱਗਦੀ ਆ ਇਹਦੇ ਤੇ ਤਾਂ ਮੈਂ ਗਰਵ ਕਰੂੰਗਾ, ਬਾਕੀ ਤੇ ਮੈਂ ਡਰੂੰਗਾ। ਉਹ ਨਹੀਂ ਚੱਲਣਾ ਹੈਗਾ। ਏਕਤਾ ਤੇ ਇਕਜੁੱਟਤਾ। ਨਫ਼ਰਤ ਕੌਣ ਭਰ ਰਿਹਾ ਲੋਕਾਂ 'ਚ, ਕੌਣ ਬਲਡੋਜ਼ਰ ਚਲਾ ਰਿਹਾ, ਕੌਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਰਿਹਾ, ਕੌਣ ਜੰਮੂ ਕਸ਼ਮੀਰ ਦੀ ਡੈਮੋਕ੍ਰੇਸੀ ਤੋੜ ਰਿਹਾ, ਕੌਣ ਹੋਰ ਸਾਰਾ ਦੇਸ਼ ਦੇ ਵਿੱਚ ਇੱਕ ਈਡੀ ਤੇ ਹੋਰ ਦਾ ਡਰ ਭੈ ਜਿਹੜਾ ਇੱਕ ਬਣਾਤਾ ਇੰਨਾ ਜ਼ਿਆਦਾ, ਉਹ ਕੌਣ ਕਰ ਰਿਹਾ। ਫਿਰ ਇਕਜੁੱਟਤਾ ਕਿਵੇਂ ਹੋਊਗੀ? ਨਾ ਸਮਾਜਿਕ ਤੌਰ ਤੇ ਇਕਜੁੱਟਤਾ। ਰੋਜ਼ ਤੁਹਾਡੇ ਤੁਸੀਂ ਸੁਣਦੇ ਆ ਕਦੀ ਕਿਸੇ ਦਾ ਮਰਡਰ ਹੋ ਜਾਂਦਾ, ਕਿਸੇ ਦਾ ਕੁਛ ਹੋ ਜਾਂਦਾ, ਕਿਸੇ ਦਾ ਰੇਪ ਹੋ ਜਾਂਦਾ, ਜਾਤੀਗਤ ਮੈਂ ਗੱਲਾਂ ਕਰਦਾ। ਕਿਉਂ ਨਹੀਂ ਖਤਮ ਹੁੰਦਾ? ਇਹ ਕਿਹਨੇ ਕਰਨਾ? ਅਸੀਂ ਕਰਨਾ। ਕਾਨੂੰਨ ਬਣਾਉਣ ਨਾਲ ਨਹੀਂ ਹੋਊਗਾ। ਧਰਾਤਲ ਤੇ ਉਹਨਾਂ ਨੂੰ ਸਹੀ ਮਾਇਨੇ 'ਚ ਸਸ਼ਕਤ ਕਰਨਾ ਪਊਗਾ ਤਾਂ ਕਿ ਉਹਨਾਂ ਦੀ ਅੱਖ ਵੱਲ ਕੋਈ ਦੇਖ ਨਾ ਸਕੇ, ਉਹਨਾਂ ਦੀ ਧੀ ਭੈਣ ਵੱਲ ਕੋਈ ਦਲਿਤਾਂ ਦੇ ਦੇਖ ਨਾ ਸਕੇ, ਕੋਈ ਗਰੀਬ ਕਿਸਾਨ ਦੇ ਵੱਲ ਨਹੀਂ ਕੋਈ ਧੱਕਾ ਕਰ ਸਕੇ, ਗਰੀਬ ਮਜ਼ਦੂਰ ਵੱਲ, ਝੁੱਗੀ ਝੌਂਪੜੀ ਵਾਲੇ ਵੱਲ ਕੋਈ ਧੱਕਾ ਪੁਲਿਸ ਵਾਲਾ ਨਾ ਕਰ ਸਕੇ। ਫਿਰ ਇਕਮੁੱਠਤਾ ਤੇ ਤਾਂ ਹੀ ਹੋਊਗੀ ਜੇ ਇੱਕੋ ਜਿਹੇ ਹੋਣਗੇ। ਤੇ ਜੇ ਇੰਨੇ ਵਖਰੇਵੇਂ ਉੱਪਰੋਂ ਥੱਲੇ ਤੱਕ ਪਾਏ ਜਾਣਗੇ ਇੱਕ ਖਾਸ ਰਾਜਨੀਤੀ ਦੇ ਤਹਿਤ, ਤੇ ਕਿਹਨੂੰ ਕਹਿ ਰਹੇ ਇਕਜੁੱਟ ਹੋ ਜਾਓ? ਲੋਕ ਤੇ ਇਕਜੁੱਟ ਆ। ਲੋਕਾਂ 'ਚ ਕੀ ਆ? ਤੁਹਾਡੇ ਮੇਰੇ 'ਚ ਕੋਈ ਫਰਕ ਨਹੀਂ। ਮੈਂ ਤੁਹਾਨੂੰ ਇੱਕ ਹੁਣੇ ਨਿੱਕੀ ਜੀ ਖਬਰ ਵਿੱਚ ਜੋੜ ਕੇ ਦੱਸ ਦਿੰਦਾ ਕਿ ਲੋਕ ਕਿਵੇਂ ਇਕੱਠੇ ਆ। ਖੇਡੋਂ ਪਿੰਡ ਆ, ਵੱਡੀ ਖਬਰ ਆਈ ਹੈ। ਉਹਦੇ 'ਚ ਇੱਕ ਮਸਜਿਦ ਆ 100 ਸਾਲ ਪੁਰਾਣੀ, 1920 ਦੀ ਬਣੀ। ਉੱਥੇ 50 ਘਰ ਮੁਸਲਮਾਨਾਂ ਦੇ ਹੁੰਦੇ ਸੀਗੇ ਸੁਖਵਿੰਦਰ। ਉਹ ਚਲੇ ਗਏ ਜਦੋਂ ਪਾਰਟੀਸ਼ਨ ਹੋਈ, 47 ਚਲੇ ਗਏ। ਫਿਰ ਇੱਕ ਸੂਫੀ ਸੰਤ ਉੱਥੇ ਉਹਦੇ ਉੱਤੇ ਸੇਵਾ ਕਰਦਾ ਰਿਹਾ। ਉਹ ਸੂਫੀ ਸੰਤ ਦੀ ਵੀ ਡੈਥ ਹੋ ਗਈ। 2009 ਤੋਂ ਪ੍ਰੇਮ ਚੰਦ ਨਾਂ ਦਾ ਸੱਜਣ, ਹੁਣ ਉਹਦੀ 56 ਸਾਲ ਉਮਰ ਆ, ਉਹਦੀ ਸੇਵਾ ਕਰ ਰਿਹਾ। 2 ਵਾਰੀ ਉੱਥੇ ਪ੍ਰੇਅਰ ਕਰਦੇ ਆ, 2 ਵਾਰੀ ਉੱਥੇ ਨਤਮਸਤਕ ਹੁੰਦੇ ਆ, ਸ਼ਾਮ ਨੂੰ ਰੋਜ਼ ਉੱਥੇ ਦੀਵਾ ਜਲਾਉਂਦੇ ਆ। ਇਹ ਲੋਕ ਅਲੱਗ ਆ। ਬਿਲਕੁਲ। ਕਿਸੇ ਦਾ ਮਸਜਿਦ ਹੈਗੀ ਧਰਮ ਦੀ, ਉਸ ਨੂੰ ਸਿੱਖ ਤੇ ਹਿੰਦੂ ਮਿਲ ਕੇ ਸੰਭਾਲ ਰਹੇ ਆ। ਕੱਲਾ ਸੰਭਾਲ ਨਹੀਂ ਰਹੇ, ਉਹਨਾਂ ਦੀ ਆਸਥਾ ਹੈ ਕਿ ਰੱਬ ਦਾ ਘਰ ਆ। ਬਿਲਕੁਲ। ਇਸ ਨੂੰ ਜੇ ਆਪਾਂ ਕੋਈ ਨੁਕਸਾਨ
ਪਹੁੰਚਾਇਆ ਤਾਂ ਇਸ ਦਾ ਰੱਬ ਨੂੰ ਨੁਕਸਾਨ ਪਹੁੰਚਾਉਣਾ ਹੋਊਗਾ, ਜਾਂ ਉਸ ਦੀ ਜਿਹੜੀ ਮਾਨਵਵਾਦੀ ਜਾਂ ਰੱਬ ਦੀ ਇੱਕ ਸਾਰਿਆਂ ਨੂੰ ਇੱਕ ਅੱਖ ਨਾਲ ਰੱਬ ਦੇਖਦਾ, ਸਾਰਿਆਂ ਨੂੰ ਬਰਾਬਰ ਦੇਖਦਾ, ਉਹਦੇ ਚ ਵਿਤਕਰੇ ਨਾਲ ਦੇਖਣਾ ਇਹ ਰੱਬ ਦੇ ਵਿਰੋਧ ਆ। ਉਸ ਨੂੰ ਆਪਾਂ ਉਸ ਨਿਸ਼ਚਾ ਨੂੰ, ਉਸ ਆਸਥਾ ਨੂੰ ਠੇਸ ਪਹੁੰਚਾ ਰਹੇ ਹੋਵਾਂਗੇ। ਤੁਸੀਂ ਕੀ ਕੀਤਾ ਅਯੁੱਧਿਆ ਚ? ਉਹ ਰਾਮ ਜੀ ਇਹ ਚਾਹੁੰਦੇ ਸੀਗੇ ਕਿ ਮਸਜਿਦਾਂ ਢਾਹ ਢਾਹ ਕੇ ਮੰਦਿਰ ਬਣਾਓ, ਤੇ ਜਿਸ ਤਰੀਕੇ ਨਾਲ ਫੈਸਲੇ ਹੋਏ ਕੋਰਟ ਦੇ ਵਿੱਚ, ਰੰਜਨ ਗਗੋਈ ਦਾ ਕੌਣ ਨਹੀਂ ਜਾਣਦਾ ਕਿ ਕਿਹਨੂੰ ਕਿਵੇਂ ਉਹਨੂੰ 4 ਮਹੀਨੇ 10 ਦਿਨਾਂ ਦੇ ਬਾਅਦ ਤੁਸੀਂ ਫਟ ਦੇਣੀ ਰਾਜ ਸਭਾ ਮੈਂਬਰ ਬਣਾਇਆ। ਫਿਰ ਕਿਵੇਂ ਇਕਜੁੱਟਤਾ ਹੋਊਗੀ? ਕਿਵੇਂ ਇਹ ਦੇਸ਼ ਇਕੱਠਾ ਰਹੂਗਾ? ਕਿਵੇਂ ਦੇਸ਼ ਦੇ ਵਿੱਚ ਘਰ ਘਰ ਤਿਰੰਗੇ ਦੇ ਨਾਲ ਦੇਸ਼ ਦੇ ਵਿੱਚ ਇੱਕ ਰਾਸ਼ਟਰੀ ਭਾਵਨਾ ਆਊਗੀ, ਜਾਂ ਇੱਕ ਦੇਸ਼ ਪ੍ਰਤੀ ਕੁਰਬਾਨੀ ਦੀ ਭਾਵਨਾ ਆਊਗੀ? ਇਹ ਜਿਹੜੇ ਪੁਆਇੰਟ ਆ ਲੋਕਾਂ ਨੂੰ ਕਿਉਂ ਕਹਿੰਦੇ ਆ? ਮੈਨੂੰ ਤੇ ਲੱਗਦਾ ਕਿ ਜੇ ਬੀਜੇਪੀ ਦੇ ਪਾਰਟੀ ਦੇ ਕਾਰਕੁਨਾਂ ਨੂੰ, ਜੇ ਜਿਹੜੇ ਗਾਂਧੀ ਦੇ ਬੁੱਤ ਨੂੰ 2 ਅਕਤੂਬਰ ਨੂੰ ਗੋਲੀ ਮਾਰਦੇ ਆ, ਉਹਨਾਂ ਲੋਕਾਂ ਨੂੰ ਫੜ ਕੇ ਜੇਲ੍ਹ ਚ ਦੇਣ। ਦੇਖਿਆ ਸੀ ਨਾ ਉਹ ਬਣਾ ਕੇ ਘਾਹ ਦਾ ਉਹਨਾਂ ਦਾ ਬਿੰਬ ਤੇ ਉਹਨਾਂ ਦੇ ਉੱਤੇ ਗੋਲੀ ਮਾਰੀ, ਤੇ ਜਿਹੜਾ ਲਾਲ ਗੁਬਾਰੇ ਦਾ ਪਾਣੀ ਲਹੂ ਵਾਂਗੂ ਦਿਖਾਇਆ। ਕੀ ਉਹਨਾਂ ਨੂੰ ਸਜ਼ਾ ਦਿੱਤੀ ਤੁਸੀਂ? ਉੱਥੇ ਨਤਮਸਤਕ ਵੀ ਹੁੰਨੇ ਜਾ ਕੇ, ਹੁਣ ਅੱਜ ਵੀ ਸਮਾਧ ਤੇ ਜਾ ਕੇ ਮੱਥਾ ਟੇਕ ਕੇ ਆਉਨੇ ਆ ਵੀ ਕੰਮ ਨਾਲੋਂ ਨਾਲ ਕਰਵਾਈ ਜਾਂਦੇ ਆ। ਕੋਈ ਦੁਨੀਆ 'ਚ ਐਡੀ ਵੱਡੀ ਹਿਪੋਕ੍ਰੇਸੀ, ਧੋਖਾਧੜੀ, ਜਾਲਸਾਜ਼ੀ, ਡੁਪਲੀਕੇਸੀ ਕੋਈ ਹੁੰਦੀ ਹੈ ਦੁਨੀਆ ਦੇ ਵਿੱਚ ਕਿ ਉੱਥੇ ਤੁਸੀਂ ਕਹਿ ਦੋ ਅਸੀਂ ਨਹੀਂ ਗਾਂਧੀ ਨੂੰ ਮੰਨਦੇ, ਕਹਿ ਦੋ, ਕੀ ਤੁਹਾਡਾ ਕੋਈ ਵਿਗਾੜ ਲਊਗਾ? ਜੇ ਮੰਨਦੇ ਆ ਤੇ ਫਿਰ ਉਹ ਦੂਜਾ ਕੰਮ ਕਿਉਂ ਨਾਲ ਤੁਸੀਂ ਅਲਾਓ ਕਰਦੇ ਆ? ਉਹ ਵੀ ਤੁਰਿਆ ਜਾਂਦਾ ਨਾਲੋਂ ਨਾਲ। ਹਿੰਦੂ ਰਾਸ਼ਟਰ ਦੀਆਂ ਵੀ ਗੱਲਾਂ ਚੱਲੀ ਜਾਂਦੀਆਂ, ਰਾਮ ਮੰਦਿਰ ਦੀਆਂ ਵੀ ਗੱਲਾਂ ਚੱਲ ਜਾਂਦੀਆਂ, ਕਦੀ ਮਥੁਰਾ ਦਾ ਮਸਜਿਦ ਆ ਜਾਂਦਾ, ਕਦੀ ਦੂਸਰੇ ਦਾ ਆ ਜਾਂਦਾ। ਮੇਰੇ ਵੀਰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਹਾਡੇ ਚੈਨਲ ਰਾਹੀਂ ਜਾਂ ਉਹਨਾਂ ਦੀ ਸਾਰੀ ਪਾਰਟੀ ਨੂੰ ਅਸੀਂ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਦੇ ਹਾਂ, ਇਹ ਦੇਸ਼ ਬੜੀ ਦੇਰ ਬਾਅਦ 75ਵੇਂ ਸਾਲ ਦੀ ਆਜ਼ਾਦੀ ਮਾਣ ਰਿਹਾ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ 75 ਸਦੀਆਂ ਵੀ ਇਸੇ ਤਰੀਕੇ ਨਾਲ ਵੱਧਦਾ ਫੁੱਲਦਾ ਰਹੇ। ਪਰ ਤੁਸੀਂ ਉਹ ਸਾਰੀਆਂ ਗੱਲਾਂ, ਜੇ ਨਫ਼ਰਤ ਵਾਲੀਆਂ, ਜੇ ਵਿਤਕਰਿਆਂ ਵਾਲੀਆਂ, ਜੇ ਜਾਤੀਗਤ ਗੱਲਾਂ, ਉਹਨਾਂ ਨੂੰ ਬੜਾਵਾ ਦੇ ਕੇ ਸੱਤਾ ਦੀ ਖਾਤਰ ਕਰਦੇ ਰਹੋਗੇ ਤਾਂ ਫਿਰ ਦੇਸ਼ ਇਕੱਠਾ ਰੱਖਣਾ ਮੁਸ਼ਕਲ ਹੋ ਜਾਊਗਾ। ਨਾਗਰਿਕਾਂ ਦਾ ਕਰਤੱਵ, ਤੁਸੀਂ ਆਪਣਾ ਕਰਤੱਵ ਕਰੋ। ਨਾਗਰਿਕ ਤੇ ਆਪਣਾ ਕਰਤੱਵ ਕਰ ਹੀ ਰਹੇ ਆ, ਨੌਜਵਾਨ ਵੀ ਕਰ ਰਹੇ ਆ। ਅਖੀਰ 'ਚ ਮੈਂ ਸੋਚਾਂ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਖਤਮ ਹੋਣ ਵਾਲਾ, ਬਾਰ-ਬਾਰ ਘੜੀ ਵੱਲ ਦੇਖ ਰਿਹਾ ਸੀ ਕਿ ਕੋਈ ਚੁੰਡੀ ਵੱਢ ਪ੍ਰੋਗਰਾਮ ਤੇ ਹੋਇਆ ਹੀ ਨਹੀਂ। ਫਿਰ ਉਹਨਾਂ ਨੇ ਅਖੀਰ 'ਚ ਆਪਣੀਆਂ 2 ਦਨਾਲੀ ਚਲਾਈ ਵਿਰੋਧੀਆਂ ਦੀ। ਉਹਦੇ ਬਗੈਰ ਤੇ ਭਾਸ਼ਣ ਸੰਪੰਨ ਨਹੀਂ ਹੋ ਸਕਦਾ ਨਾ। ਇੱਕ ਤੇ ਭ੍ਰਿਸ਼ਟਾਚਾਰ ਖਤਮ ਕਰਾਂਗੇ, ਦੂਜਾ ਪ੍ਰਵਾਦਵਾਦ, ਭਾਈ ਭਤੀਜਾਵਾਦ, ਇਸ ਤੇ ਅਸੀਂ ਹਮਲਾ ਕਰਨਾ। ਹੁਣ ਤੁਹਾਡਾ ਪਰਿਵਾਰਵਾਦ, ਮੋਦੀ ਜੀ ਦਾ ਆਪਣਾ ਕੋਈ ਪਰਿਵਾਰਵਾਦ ਦਾ ਕੀ ਕਹੇ? ਡਿਵੋਰਸ ਤੇ ਨਹੀਂ ਕੋਈ ਸੁਣਦੇ ਹੋਇਆ ਆ, ਪਰ ਪਰਿਵਾਰ ਵੀ ਨਹੀਂ ਨਜ਼ਰ ਆਉਂਦਾ, ਤੇ ਉੱਥੇ ਪਰਿਵਾਰਵਾਦ ਕਿਵੇਂ ਹੋਊਗਾ? ਜਿਨ੍ਹਾਂ ਦਾ ਪਰਿਵਾਰ ਹੈਗਾ ਉੱਥੇ ਪਰਿਵਾਰਵਾਦ ਵੀ ਹੈਗਾ, ਸਭ ਜਾਣਦੇ ਆ। ਮੈਂ ਇਕੱਲੇ ਦਾ ਨਹੀਂ ਗਣਾਊਂਗਾ। ਉਹ ਮਹਾਰਾਸ਼ਟਰ ਬਾਰੇ ਵੀ ਗੱਲਾਂ ਹੁੰਦੀਆਂ, ਹੋਮ ਮਿਨਿਸਟਰ ਬਾਰੇ ਵੀ ਗੱਲਾਂ ਹੁੰਦੀਆਂ, ਹੋਰ ਕਈਆਂ ਬਾਰੇ ਹੁੰਦੀਆਂ। ਇਹ ਰੀਜਨਲ ਪਾਰਟੀਆਂ 'ਚ ਵੀ ਹੈਗਾ। ਪਰ ਕੀ ਇਹੀ ਪ੍ਰੋਬਲਮ ਹੈ ਦੇਸ਼ ਦੀ ਰਾਜਨੀਤੀ ਦੀ? ਕੀ ਇਹੀ ਪ੍ਰੋਬਲਮ ਹੈ? ਪਰਿਵਾਰਵਾਦ ਹਟਾ ਦਿਓ ਤੇ ਫਿਰ ਦੇਸ਼ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਤੁਸੀਂ ਤੇ ਪਰਿਵਾਰਵਾਦ ਦੇ ਨਹੀਂ ਹੈਗੇ, ਤੇ ਕੀ ਦੇਸ਼ ਦੇ ਵਿੱਚ ਠੀਕ ਹੋ ਗਿਆ? ਕਿੰਨੀ ਬੇਰੁਜ਼ਗਾਰੀ ਆ, ਕਿੰਨੀ ਭੁੱਖਮਰੀ ਆ, ਕਿੰਨਾ ਮਹਿੰਗਾਈ ਆ। ਇਹ ਕੱਲਾ ਇੱਕ ਫਸਾੜ ਹੈਗਾ, ਅੱਗੇ ਇੱਕ ਮਖੌਟਾ ਪਾ ਕੇ ਡੁਗਡੁਗੀ ਵਜਾਉਣ ਵਾਲੀ ਗੱਲ ਆ ਕਿ ਦੇਖੋ ਇਸ ਕਰਕੇ ਸਾਰਾ ਸਤਿਆਨਾਸ਼ ਹੋ ਰਿਹਾ। ਅਸਲ 'ਚ ਇੱਕ ਜਵਾਬ ਇਹ ਕੇਜਰੀਵਾਲ ਤੇ ਵੀ ਅਟੈਕ ਕਰ ਰਹੇ ਸੀ ਭ੍ਰਿਸ਼ਟਾਚਾਰ, ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਬਹੁਤ ਹੋਲਸੇਲ ਠੇਕਾ ਲਿਆ ਹੋਇਆ ਸੀ ਖਤਮ ਕਰਨ ਦਾ। ਇਹਨਾਂ ਨੇ ਕਿਹਾ ਕਿ ਨਹੀਂ, ਮੈਂ ਵੀ ਸਾਂਝ ਭਿਆਲੀ ਆ ਮੇਰੀ ਵੀ, ਮੈਨੂੰ ਵੀ ਇਹਦਾ ਪਾਰਟਨਰ ਬਣਾ, ਤੂੰ ਗੁਜਰਾਤ 'ਚ ਨਾ, ਮੈਂ ਉੱਥੇ ਆਪੇ ਭ੍ਰਿਸ਼ਟਾਚਾਰ ਖਤਮ ਕਰ ਲੂੰਗਾ। ਉਹਨੂੰ ਵੀ ਜਵਾਬ ਦੇ ਰਹੇ ਸੀ ਵੀ ਭ੍ਰਿਸ਼ਟਾਚਾਰ ਤੁਹਾਨੂੰ ਹੁਣ ਚੇਤਾ ਆ ਗਿਆ? ਸਾਰੇ ਦੁਨੀਆ ਦੇ ਭ੍ਰਿਸ਼ਟ ਬੰਦੇ ਤੇ ਤੁਸੀਂ ਅੰਦਰ ਵਾੜੀ ਜਾਂਦੇ ਆ। ਕਾਂਗਰਸ ਦਾ 100 MP ਇਹਨਾਂ 'ਚ ਗਿਆ ਹੋਇਆ, ਜਿਹੜਾ MP ਅੱਜ ਦੀ ਤਰੀਕ 'ਚ ਕੋਈ ਕੈਲਕੂਲੇਟ ਕਰਕੇ ਦੱਸ ਰਿਹਾ ਸੀ ਵੀ ਉਧਰੋਂ ਜਾ ਕੇ 5 ਦੇ ਪੰਜਾਬ 'ਚੋਂ ਹੀ ਹੁਣੇ ਲੈ ਗਏ। ਉਹ ਸਾਰੇ ਜਾ ਕੇ ਗੰਗਾ ਜਲ ਦੇ ਵਿੱਚ ਨਹਾ ਕੇ ਆਉਂਦੇ ਆ ਕਿ ਸਾਫ਼ ਸੁਥਰੇ ਹੋ ਜਾਂਦੇ ਆ। ਤੇ ਭ੍ਰਿਸ਼ਟਾਚਾਰ ਕਿਹਦਾ ਖਤਮ ਕਰਨਾ? ਆਪਣਾ ਕਰੋ, ਆਪਣੇ ਪੋਲੀਟੀਸ਼ੀਅਨ ਦਾ ਕਰੋ। ਲੋਕਾਂ ਨੂੰ ਕੀ ਕਹਿੰਦੇ ਆ?
ਲੋਕਾਂ ਕੋਲ ਤੇ ਭ੍ਰਿਸ਼ਟਾਚਾਰੀ ਲਈ ਪੈਸਾ ਹੀ ਨਹੀਂ, ਉਹਨਾਂ ਤੇ ਕਦੇ ਦੋ ਡੰਗ ਰੋਟੀ ਨਹੀਂ, ਜਿੱਥੇ ਆਮ ਲੋਕਾਂ ਦੀ ਗੱਲ ਕਰ ਰਹੇ ਆ ਤੁਸੀਂ। ਇਸ ਲਈ ਜਿਹੜਾ ਵੀ 90 ਮਿੰਟ ਦਾ ਭਾਸ਼ਣ ਹੋਇਆ, ਥੋੜੀ ਮੈਂ ਲੰਬੀ ਗੱਲ ਕਰ ਗਿਆ, ਉਹ ਜ਼ਰੂਰੀ ਵੀ ਸੀ। ਉਹਦੇ ਚ ਉਹ ਨਹੀਂ ਸੀ ਇੰਪੋਰਟੈਂਟ ਜਿਹੜਾ ਬੋਲਿਆ ਗਿਆ, ਅਸਲ ਚ ਉਹ ਇੰਪੋਰਟੈਂਟ ਸੀ ਜਿਹੜਾ ਬੋਲਿਆ ਨਹੀਂ ਗਿਆ। ਅਫਸੋਸ ਦੀ ਗੱਲ, ਮੈਂ ਉਦੋਂ ਬਾਅਦ 1 ਘੰਟਾ ਨੈਸ਼ਨਲ ਮੀਡੀਆ, ਰੀਜਨਲ ਮੀਡੀਆ ਫੋਲ ਕੇ ਦੇਖਿਆ ਤੇ ਸਾਰੀ ਜਗ੍ਹਾ ਬਹਿਸ ਕੀ ਚੱਲ ਰਹੀ ਸੀ। ਆ ਜਿਹੜੀ ਮੈਂ ਡੈਮੋਕ੍ਰੇਸੀ ਦੀ ਗਪੌੜ ਮਾਰੀ, ਉਹਦੇ ਤੇ ਕਿਸੇ ਨੇ ਨਹੀਂ ਸਵਾਲ ਉਠਾਇਆ। ਉਹੀ 5 ਨੁਕਤਿਆਂ ਦੀ ਜਿਹੜੀ ਮੈਂ ਗੱਲ ਕਹੀ ਤੇ 2 ਨੁਕਤੇ ਅਖੀਰਲੇ ਜਿਹੜੇ ਕਹੇ, ਇਹ ਸਾਰੇ देश ਦੇ ਵਿੱਚ प्रधानमंत्री को ऐसे कहना चाहिए था, ऐसे नहीं, ऐसे होना चाहिए था, भ्रिष्टाचार है भी है, नहीं भी है। अरे भाई तुसी वो गल क्यों नहीं करते? मीडिया ईमानदार क्यों नहीं है? साडे इंटैलेक्चुअल एडे एडे ਜਿਹੜੇ ਬੈਂਕਰਪਟ ਕਿਉਂ ਹੋ ਚੁੱਕੇ ਆ, ਇੰਨਾ ਦਿਵਾਲੀਆਪਣ ਕਿਉਂ ਮੀਡੀਆ ਦੇ ਜਰਨਲਿਸਟਾਂ ਦਾ ਹੋ ਚੁੱਕਿਆ? ਜਿਹੜੇ ਚੰਗੇ ਚੰਗੇ ਬੋਲਦੇ ਸੀ ਉਹਨਾਂ ਦੇ ਮੂੰਹ 'ਚ ਵੀ ਘੁੰਗਣੀਆਂ ਪਈਆਂ ਹੋਈਆਂ ਸੀ, ਉਹ ਵੀ ਤਾਰੀਫਾਂ ਦੇ ਪੁਲ ਬਣ ਲਏ ਸੀ, ਬਹੁਤ ਅੱਛਾ ਹੁਆ, ਬਹੁਤ ਅੱਛਾ ਕੀਤਾ। ਅਰੇ ਭਾਈ ਉਹ ਤੇ ਦੱਸੋ ਤੁਸੀਂ ਵੀ ਜਿਹੜਾ ਬੋਲਣਾ ਚਾਹੀਦਾ ਸੀ ਉਹ ਕਿਉਂ ਨਹੀਂ ਬੋਲਿਆ ਪ੍ਰਧਾਨ ਮੰਤਰੀ? ਬਿਲਕੁਲ। ਤੇ ਜਿਹੜੀ ਸਾਡੇ ਇੱਥੇ ਜਰਨਲਿਸਟਾਂ ਦੀ, ਬੜੇ ਚੰਗੇ ਜਰਨਲਿਸਟਾਂ ਦੀ ਦਿਵਾਲੀਆਪਣ ਹੋ ਗਿਆ, ਉਹਦਾ ਮੈਨੂੰ ਬੜਾ ਅਫਸੋਸ ਹੋਇਆ। ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਤੇ ਬਹੁਤ ਉਮੀਦਾਂ ਨਾਲ ਬੈਠੇ ਸੀ। ਦੇਸ਼ ਦੇ ਅੰਦਰ ਕਿੰਨੀ ਭੁੱਖਮਰੀ, ਕਿੰਨੀ ਅਨਪੜ੍ਹਤਾ, ਕਿੰਨੀ ਗਰੀਬੀ, ਕਿੰਨਾ ਬੇਰੁਜ਼ਗਾਰੀ, ਕਿੰਨਾ ਸਾਡੇ ਹਸਪਤਾਲਾਂ 'ਚ ਲੋਕਾਂ ਦਾ ਖੱਜਲ ਖੁਆਰੀ, ਇਹ ਸਾਰੀਆਂ, ਕਿੰਨੇ ਅਸੀਂ ਕਰਜ਼ਾਈ ਆ, ਕਿੰਨਾ ਦੇਸ਼ ਕਰਜ਼ਾਈ ਆ। ਅਸੀਂ ਇਹ ਕਰਜ਼ਾ ਕਿਵੇਂ ਲਾਵਾਂਗੇ? ਤੇਲ ਸਾਡਾ ਸਸਤਾ ਕਿਵੇਂ ਹੋਊ? ਗੈਸ ਸਾਡੀ ਸਸਤੀ ਕਿਵੇਂ ਹੋਊ? ਲੋਕਾਂ ਦੇ ਸਿਰ ਤੇ ਛੱਤ ਕਿਵੇਂ ਹੋਊ? ਜਿਹੜੀਆਂ ਬੁਨਿਆਦੀ ਚੀਜ਼ਾਂ, ਜੇ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਤੇ ਵੀ ਇਹਦਾ ਹਿਸਾਬ ਕਿਤਾਬ ਪ੍ਰਧਾਨ ਮੰਤਰੀ ਨੇ ਨਹੀਂ ਦੇਣਾ, ਇੱਕ ਸ਼ਬਦ ਨਹੀਂ ਬੋਲਣਾ, ਤਾਂ ਫਿਰ ਇਹ ਪ੍ਰਧਾਨ ਮੰਤਰੀ ਦਾ ਭਾਸ਼ਣ ਨਹੀਂ, ਕਿਸੇ ਦਾ ਹੋਰ ਬੋਲਿਆ ਹੋਇਆ ਲਿਖਿਆ ਹੋਇਆ ਭਾਸ਼ਣ ਪ੍ਰਧਾਨ ਮੰਤਰੀ ਸਾਨੂੰ ਸੁਣਾ ਕੇ ਚਲੇ ਗਏ। ਸਾਡਾ ਪ੍ਰਧਾਨ ਮੰਤਰੀ ਹੋਵੇ, ਜਨਤਾ ਦਾ ਪ੍ਰਧਾਨ ਮੰਤਰੀ ਹੋਵੇ, ਲੋਕਾਂ ਦਾ ਪ੍ਰਧਾਨ ਮੰਤਰੀ ਹੋਵੇ, ਤਾਂ ਲੋਕਾਂ ਦੀ ਗੱਲ ਇਹੋ ਜਿਹੇ ਮੌਕੇ ਤੇ ਜ਼ਰੂਰ ਕਰਦਾ। ਮੈਨੂੰ ਕਾਫੀ ਨਿਰਾਸ਼ਾ ਹੋਈ ਅੱਜ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਸੁਣ ਕੇ। ਜੀ, ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਸਭ ਸਹਿਮੇ ਨਜ਼ਰ ਆਏ, ਕਿਉਂਕਿ ਜੋ ਕੁਝ ਹੁਣ ਤੱਕ 2 ਵਾਰ ਸੱਤਾ ਦੇ ਵਿੱਚ ਕਾਬਜ਼ ਹੋ ਗਏ ਤੇ ਉਹ ਜੋ ਕੁਝ ਹੁਣ ਤੱਕ ਕੀਤਾ ਹੈ, ਲੋਕਾਂ ਦੇ ਮਨਾਂ 'ਚ ਕੜੱਤਣ ਭਰੀ ਫਿਰਕੂਵਾਦ ਦੀ ਸਿਆਸਤ ਜਿਸ ਤਰੀਕੇ ਨਾਲ ਫਾਸ਼ੀਵਾਦ ਵੱਲ ਵਧੇ, ਤਾਂ ਉਹਨੇ ਇੱਕ ਵਾਰ ਤਾਂ ਪੈਰ ਥੱਲੋਂ ਜ਼ਮੀਨ ਖਿਸਕਾ ਦਿੱਤੀ ਹੈ ਕਿ ਤੁਸੀਂ 2024 ਦੀ ਗੱਲ ਕਰਦੇ ਹੋ। ਪਤਾ ਨਹੀਂ ਲੋਕਾਂ ਨੇ ਤੁਹਾਨੂੰ ਹੁਣ ਕਿਸ ਤਰੀਕੇ ਦੇ ਨਾਲ ਲੈਣਾ ਅਗਲੀਆਂ ਇਲੈਕਸ਼ਨ ਦੇ ਵਿੱਚ। ਜੇ ਤੁਸੀਂ 25 ਸਾਲਾਂ ਦੀ ਗੱਲ ਕਰਦੇ ਹੋ ਤੇ ਕਿਹੜਾ ਰਾਜਾ ਕਿਹਦੀ ਪਰਜਾ ਉਦੋਂ ਕਿਹਨੇ ਦੇਖਿਆ? ਗੱਲ ਤਾਂ ਅੱਜ ਦੀ ਹੈ, ਲੋਕ ਭੁੱਖੇ ਮਰਦੇ ਨੇ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ 25 ਸਾਲ ਹੋਰ ਭੁੱਖੇ ਮਰ ਲਓ, ਉਸ ਤੋਂ ਬਾਅਦ ਅਸੀਂ ਤੁਹਾਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਵਾਂਗੇ। ਤੇ ਗੱਲ ਹੁਣ ਪ੍ਰੋਫੈਸਰ ਸਾਹਿਬ, ਮੈਂ ਪੰਜਾਬ ਵਾਲੇ ਪਾਸੇ ਆਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਤਿਰੰਗਾ ਲਹਿਰਾਇਆ। ਇੱਕ ਤਾਂ ਕਾਫੀ ਰੌਲਾ ਰੱਪਾ ਪਿਆ ਹੋਇਆ ਸੀ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਕਿੰਨੇ ਉੱਥੇ ਤਿਰੰਗਾ ਜਿਹੜਾ ਉੱਥੇ ਉਹਨਾਂ ਨੇ ਲੇਜ਼ਰ ਸ਼ੋ ਟਾਈਪ ਕੀਤਾ, ਉਹ ਕਿੰਨੇ ਕਰਵਾਇਆ? ਪ੍ਰਸ਼ਾਸਨ ਨੇ ਭਾਵੇਂ ਕਹਿੰਦੇ ਮਾਫੀ ਮੰਗ ਲਈ ਹੈ, ਖਬਰਾਂ ਆ ਰਹੀਆਂ ਸੀ ਸਾਹਮਣੇ, ਪਰ ਫਿਰ ਵੀ ਜਦੋਂ ਇਸ ਤਰ੍ਹਾਂ ਹੁੰਦਾ, ਉਧਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਗੁਰਦੁਆਰਿਆਂ ਦੇ ਉੱਤੇ ਤਿਰੰਗੇ ਲਹਿਰਾਉਣ ਦੀ ਗੱਲ ਛੇੜੀ ਸੀ। ਹਾਲਾਂਕਿ ਉਹ ਹਰਿਆਣੇ ਤੋਂ ਦਾਦੂਵਾਲ ਸਾਹਿਬ ਕਹਿੰਦੇ ਕਿ ਨਹੀਂ, ਇੱਥੇ ਇਹੋ ਜਿਹਾ ਕੁਝ ਨਹੀਂ ਹੋਇਆ, ਪਰ ਜਿਹੜੇ ਲੈਟਰ ਜਾਰੀ ਹੋਏ ਸੀ ਉਹ ਸਭ ਕੁਝ। ਨਾਲੋਂ ਨਾਲ ਮੈਂ ਇੱਕ ਹੋਰ ਗੱਲ ਜੋੜ ਦਿੰਦਾ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਨੇ ਮੁਹੱਲਾ ਕਲੀਨਿਕਾਂ ਦਾ ਵੀ ਉਦਘਾਟਨ ਕੀਤਾ। ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਨੋਟਿਸ ਜਿਹੜਾ ਉਹ ਅੰਦਰ ਖਾਤੇ ਜਿਹੜਾ ਚੱਲ ਰਿਹਾ ਕਿ ਇਹਨਾਂ ਨੇ ਜਿਹੜੇ ਰੂਰਲ ਡਿਵੈਲਪਮੈਂਟ, ਜਿਹੜੇ ਉੱਥੇ ਹੈਲਥ ਕੇਅਰ ਸੈਂਟਰ ਬਣੇ ਨੇ, ਉਹਨਾਂ ਦੇ ਡਾਕਟਰ ਲਿਆ ਕੇ ਇੱਧਰ ਸ਼ਿਫਟ ਕਰਤੇ ਤੇ ਉਹ ਦਰਵਾਜ਼ੇ ਵੱਜ ਗਏ। ਸੁਖਵਿੰਦਰ, ਜੇ ਤੇ ਕੋਈ ਕੇਜਰੀਵਾਲ 'ਚ ਚੰਗੀ ਗੱਲ ਹੈਗੀ ਆ, ਮੈਨੂੰ ਤੇ ਅਜੇ ਤੱਕ ਕੋਈ ਦਿਖੀ ਨਹੀਂ, ਤੇ ਭਗਵੰਤ ਮਾਨ ਨੂੰ ਜ਼ਰੂਰ ਸਿੱਖ ਲੈਣੀ ਚਾਹੀਦੀ ਹੈ ਤੇ ਲਾਗੂ ਵੀ ਕਰ ਦੇਣੀ ਚਾਹੀਦੀ ਹੈ। ਪਰ ਜੇ ਉਹਦੀ ਡਰਾਮੇਬਾਜ਼ੀ ਦੇ ਪਿੱਛੇ ਪੈ ਕੇ ਇਹਨੇ ਆਪਣਾ ਇੱਜ਼ਤ ਮਾਣ ਵੀ ਦਾਅ ਤੇ ਲਾ ਦੇਣਾ, ਤਾਂ ਇਹਨੂੰ ਰਾਜਨੀਤਿਕ ਤੌਰ ਤੇ ਬਹੁਤ ਘਾਟਾ ਪਊਗਾ। ਯਾਨੀ ਜਿਹੜੀ ਵੀ ਬਣੀ ਬਣਾਈ ਭਾਲਿਆ, 2 ਵਾਰੀ MP, ਹੁਣ ਚੀਫ ਮਿਨਿਸਟਰ, ਉਸ ਨੂੰ ਇਹ ਕਾਫੀ ਧੱਕਾ ਲਵਾ ਸਕਦੇ ਆ। ਹੁਣ ਇਹ ਕੰਮ ਦੀ ਕੀ ਲੋੜ ਹੈ ਏਡੀ ਬਜਿੱਦ ਹੋਣ ਦੀ? ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਇਸ ਗੱਲ ਦੇ ਉੱਤੇ। ਹੁਣ ਉਧਰੋਂ ਉਹ ਕਹਿੰਦੇ ਹੁੰਦੇ ਨੱਕ ਨਾਲੋਂ ਲਾ ਕੇ ਬਾਂਹ ਨਾਲ ਲਾ ਲਿਆ, ਮੂੰਹ ਤੇ ਲਾ ਲਿਆ, ਮਤਲਬ ਉਹ ਹੈ ਨਾ, ਇਹ ਇੰਜ ਕਰਕੇ ਕਿਸੇ ਨੇ ਪੂੰਝਿਆ। ਉਹ ਬੱਚੇ ਤੇ ਚੱਲ ਕਰਦੇ ਸੀ ਵੀ ਤੁਸੀਂ ਸਿਆਣੇ ਬੰਦੇ ਇੰਜ ਕਿਉਂ ਕਰ ਰਹੇ ਆ। ਇਧਰੋਂ ਚੱਕ ਕੇ ਤੁਸੀਂ ਪਿੰਡਾਂ ਦੇ ਜਿਹੜੇ ਛੋਟੇ ਪ੍ਰਾਇਮਰੀ ਹੈਲਥ ਸੈਂਟਰ ਆ ਜਾਂ ਡਿਸਪੈਂਸਰੀਆਂ ਛੋਟੀਆਂ ਮੋਟੀਆਂ, ਇਹ ਸਾਰਾ ਕੁਝ ਉਹਨਾਂ ਦੇ ਡਾਕਟਰਾਂ ਨੂੰ ਇੱਧਰ ਲਿਆ ਕੇ ਬਿਠਾ ਦੋਗੇ ਤੇ ਉੱਥੇ ਕੀ, ਉੱਥੇ ਤੇ ਪਹਿਲਾਂ ਹੀ ਭਾਂ ਹੋ ਰਹੀ ਹੈ।
ਇਹ ਕੰਮ ਇਹ ਕੋਈ ਇਹ ਤੇ ਇੱਕ ਕਿਸਮ ਦੀ ਫੋਕੀ ਸ਼ੋਹਰਤ ਖੱਟਣ ਵਾਲੀ ਗੱਲ ਹੈ। ਪੇਂਟ ਪੂੰਟ ਕਰਕੇ ਪੈਸੇ ਬਣਾਉਣ ਵਾਲੀ ਲੋਕ ਕਹਿਣ ਲੱਗ ਜਾਣਗੇ ਕਿ ਲਓ ਜੀ ਇੱਥੇ ਵੀ ਪੈਸੇ ਬਣਾ ਲਏ। ਬਿਲਡਿੰਗ ਤੇ ਪਹਿਲਾਂ ਹੀ ਬਣੀ ਸੀ, 18 ਲੱਖ ਰੁਪਇਆ ਕਾਹਦਾ ਲਾਤਾ, ਬੰਦੇ 4 ਦਿਨ ਬੈਠੇ। ਆ ਦੇਖੋ ਜੀ 2 ਮਹੀਨਿਆਂ ਚ ਰੌਲਾ ਪਿਆ ਹੀ ਲਓ ਇਹ ਕੇਂਦਰਾਂ ਕੁੰਦਰਾਂ ਦਾ, ਇਹ ਚੱਲਣੇ ਨਹੀਂ ਹੈਗੇ। ਉਦੋਂ ਇੰਨੇ ਸਾਰੇ ਕੇਂਦਰ ਜਿਨ੍ਹਾਂ ਨੇ ਖੋਲੇ ਸੀ ਉਹ ਨਹੀਂ ਚਲਾ ਪਾਏ, ਤਾਂ ਇਹਨਾਂ ਨੇ ਆ ਕਿਹੜੇ ਕੇਂਦਰ ਚਲਾਉਣੇ ਆ। ਨਾਲੇ ਖਾਸ ਕਰਕੇ ਜਦੋਂ ਨਵੇਂ ਬੰਦੇ ਕੋਈ ਭਰਤੀ ਕਰਨੇ ਹੀ ਨਹੀਂ, ਉਧਰੋਂ ਲਾ ਕੇ ਇਧਰ ਲਾ ਕੇ ਤੁਸੀਂ ਸਿਰਫ 75 ਨਹੀਂ ਤੁਹਾਡੇ ਕੋਲ ਹੋਏ ਤਾਂ ਬਾਕੀ ਕਿੱਥੋਂ ਆਉਣੇ ਆ। ਇਹ ਗੱਲਾਂ ਐਵੇਂ ਹਵਾਈ ਗੱਲਾਂ ਆ, ਇਹਨਾਂ ਦੇ ਪਿੱਛੇ ਨਾ ਪੈਣ, ਨਾ ਤਵੱਜੋ ਦੇਣ, ਆਪਣੇ ਸਿਸਟਮ ਨੂੰ ਆਪਣੇ ਹਿਸਾਬ ਨਾਲ ਫੇਜ਼ ਵਾਈਜ਼ ਇਹਨੂੰ ਠੀਕ ਕਰਨ। ਜਿਹੜੀ ਗੱਲ ਚੱਪੜ ਚਿੜੀ ਦੇ ਵਿੱਚ ਉੱਥੇ ਹੋਈ, ਇਹ ਤੋਂ ਪਹਿਲਾਂ ਕਿ ਚੱਪੜ ਚਿੜੀ ਦੀ ਗੱਲ ਕਰੀਏ ਸੁਖਵਿੰਦਰ, ਇਹ ਵੀ ਜ਼ਰੂਰੀ ਹੈ। ਤੁਹਾਨੂੰ ਪਤਾ ਅੱਜ ਉਹਨਾਂ ਦੀ ਸਿਕਿਉਰਿਟੀ ਦੇ ਕਿੰਨੇ ਬੰਦੇ ਲੱਗੇ ਸੀ? 3000 ਜੀ। ਇਹ ਭਗਵੰਤ ਮਾਨ ਦੀ ਸਿਕਿਉਰਿਟੀ ਸਪੈਸ਼ਲੀ। ਉੱਥੇ ਹੈਲੀਪੈਡ ਬਣਿਆ, PAU ਦੇ ਵਿੱਚ ਬਣਿਆ, 1100 ਕੈਮਰੇ ਲੱਗੇ। ਇਹ ਆਮ ਲੋਕ ਆ। ਇਹਨਾਂ ਤੇ ਕਿਹੜਾ ਏਡਾ ਵੱਡਾ ਹਮਲਾ ਹੋ ਰਿਹਾ ਬਈ? ਕੋਈ ਪਾਕਿਸਤਾਨ ਤੋਂ ਬੰਦੇ ਆ ਰਹੇ ਸੀਗੇ? 300 ਬੰਦੇ 3000 ਬੰਦੇ ਪੁਲਿਸ ਦੇ ਲਾਏ ਹੋਏ ਸੀ ਉੱਥੇ। ਮਜ਼ਾਰੇ ਹੋ ਰਹੇ ਆ ਤੇ ਮਜ਼ਾਰੇ ਕਰਨ ਦਿਓ, ਡੈਮੋਕ੍ਰੇਸੀ ਆ। ਤੁਸੀਂ ਨਹੀਂ ਸੀ ਕਰਦੇ ਤੇ ਕੇਜਰੀਵਾਲ ਤੇ ਜਾ ਕੇ ਗਵਰਨਰ ਦੇ LG ਤੇ ਰਜਾਈ ਲੈ ਕੇ ਬੈਠਦਾ ਸੀ, ਸੜਕਾਂ ਤੇ ਬੈਠਦਾ ਸੀ, ਉਦੋਂ ਚੰਗੇ ਲੱਗਦੇ ਸੀ। ਹੁਣ ਜੇ ਲੋਕ ਕਰਦੇ ਆ ਤੇ ਹੁਣ ਤਕਲੀਫ ਹੁੰਦੀ ਹੈ। ਪੁਲਿਸ ਅੱਗੇੋਂ ਦਿਖਾਉਂਦੇ ਆ। ਤੁਸੀਂ ਇੰਜ ਨਾ ਕਰੋ। ਲੋਕੀ ਮਜ਼ਾਰੇ ਕਰਦੇ, ਕਾਲੀਆਂ ਝੰਡੀਆਂ ਹੀ ਦਿਖਾਉਂਦੇ ਆ, ਕੋਈ ਕੁੱਟਦੇ ਮਾਰਦੇ ਥੋੜੀ ਹੈ। ਉਹਨਾਂ ਨੂੰ ਦਿਖਾਉਣ ਦਿਓ। ਇਹ ਤੇ ਤੁਹਾਡੇ ਨਾਲ ਤਾਂ BJP ਦੇ ਲੀਡਰ ਠੀਕ ਸੀਗੇ। ਉਹ ਮਜ਼ਾਰੇ ਲੋਕ ਉਹਨਾਂ ਦੇ ਘਰਾਂ ਸਾਹਮਣੇ ਪੱਕੇ ਤੰਬੂ ਲਾ ਕੇ ਬੈਠੇ ਸੀ ਕਿਸਾਨ ਅੰਦੋਲਨ ਦੇ ਦੌਰਾਨ, ਫਿਰ ਵੀ ਕੋਈ ਇਹੋ ਜਿਹਾ ਉਹਨਾਂ ਨਹੀਂ ਕਿਹਾ। ਤੇ ਤੁਸੀਂ ਹੁਣ ਇਸ ਗੱਲ ਦੀ ਬਰਦਾਸ਼ਤ ਕਰੋ ਕਿ ਜੇ ਕੰਮ ਨਹੀਂ ਹੁੰਦੇ ਤੇ ਮਜ਼ਾਰੇ ਤੇ ਹੋਣਗੇ। ਇਹੋ ਹੀ ਸਾਡੀ ਟਾਈਮ, ਇਹੋ ਹੀ ਸਾਡਾ ਅਧਿਕਾਰ ਆ। ਇੰਨਾ ਕੀ ਸਾਡੇ ਕੋਲ ਬਚਿਆ ਮਜ਼ਾਰੇ ਕਰਨਾ ਹੀ? ਕੰਮ ਤੇ ਤੁਸੀਂ ਕਰਦੇ ਕੋਈ ਨਹੀਂ। ਜਿਹੜੀ ਮੀਨਾਰੇ ਫਤਿਹ ਹੈ ਇੱਥੇ ਚੱਪੜ ਚਿੜੀ ਦੇ ਵਿੱਚ, ਆ ਮੇਰੇ ਗਵਾਂਢ ਚ ਹੀ ਹੈਗੀ ਆ। ਉੱਥੇ ਲਾਈਟਾਂ ਦੇ ਨਾਲ ਤਿਰੰਗੇ ਨੂੰ ਰੰਗਣਾ, ਉਹਨੂੰ ਉਂਝ ਦਿਖਾਉਣਾ, ਤਿਰੰਗਾ ਦਿਖਾਉਣਾ ਉਹਦੇ ਤੇ। ਇਹ ਇੱਕ ਪਤਾ ਨਹੀਂ ਕਿਹਦਾ ਉਹ ਬੰਦਾ ਤੇ ਲੱਭਣਾ ਚਾਹੀਦਾ। ਤੇ ਕੀ ਭਗਵੰਤ ਮਾਨ ਹੁਣਾਂ ਦੇ ਉੱਤੇ ਦਸਤਖਤ ਸੀਗੇ, ਜਾਂ ਮਿਨਿਸਟਰ ਆਫ ਟੂਰਿਜ਼ਮ ਦੇ ਉਹਦੇ ਤੇ ਦਸਤਖਤ ਸੀਗੇ, ਜਾਂ ਕਿਸੇ ਆਪਣੇ ਨੇ ਆਪ ਹੀ ਕਾਸ਼ਤਾਨੀ ਕਰਤੀ ਹੈ ਤੇ ਸਰਕਾਰੀ ਤੇ ਸਰਕਾਰ ਵੱਲੋਂ ਕੀਤੀ ਹੈ। ਅੱਜ ਦੀ ਤਰੀਕ ਦੇ ਵਿੱਚ ਲੋਕ ਇਹ ਕਹਿ ਰਹੇ ਆ ਕਿ ਇਹ RSS ਦੀ ਟੀਮ ਅਸੀਂ ਆਪਣੇ ਹੱਥਾਂ ਨਾਲ ਆਪ ਹੀ ਵਾੜ ਲਈ ਪੰਜਾਬ ਦੇ ਵਿੱਚ। ਕਦੀ ਤੇ ਤਿਰੰਗੇ ਮਾਰਚ ਹੋ ਰਹੇ ਆ, ਕਦੀ ਉਹੋ ਹੀ ਨਾਰੇ ਜੋ ਪ੍ਰਧਾਨ ਮੰਤਰੀ 3 ਵਾਰੀ ਜੈ ਹਿੰਦ, 3 ਵਾਰੀ ਵੰਦੇ ਮਾਤਰਮ ਤੇ 3 ਵਾਰੀ ਭਾਰਤ ਮਾਤਾ ਦੀ ਜੈ। ਹੁਣ ਇਹ ਮੁਸਲਮਾਨਾਂ ਨੂੰ ਤਕਲੀਫ ਦਿੰਦਾ ਭਾਰਤ ਮਾਤਾ। ਉਹ ਕਹਿੰਦੇ ਅਸੀਂ ਤੇ ਇਹਨਾਂ ਚੀਜ਼ਾਂ 'ਚ, ਮਾਤਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਤੇ ਅੱਲਾ 'ਚ ਵਿਸ਼ਵਾਸ ਰੱਖਦੇ। ਤੇ ਇਹੋ ਜਿਹੇ ਨਾਰੇ ਬਣਾਓ ਨਾ ਜਿਹੜੇ ਸਾਰਿਆਂ ਨੂੰ ਸਰਵ ਪ੍ਰਵਾਨਿਤ ਹੋਣ, ਦੇਸ਼ ਭਗਤੀ ਸਾਰਿਆਂ 'ਚ ਜਾਗੇ। ਇਹ ਵੀ ਉਹੀ ਕੁਛ ਹੈ, ਇਹ ਵੀ ਉਹੀ ਕੁਛ ਕਰਦੇ ਆ। ਮੈਨੂੰ ਤੇ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਅਸੀਂ ਇਹ ਇੱਕ ਨਵੇਂ ਅੰਦਰ ਵੱਡੀ ਗਿਣਤੀ 'ਚ ਵਾੜ ਲਏ ਆ, ਥੋੜੇ ਨਹੀਂ। ਕਿ ਕੱਲ ਨੂੰ ਤੁਹਾਨੂੰ ਇਹਦੇ ਜਿਹੜੇ ਰਿਜ਼ਲਟ ਆ ਛੇਤੀ ਸਾਹਮਣੇ ਆ ਜਾਣਗੇ। ਸਾਡੇ ਬੰਦਿਆਂ ਨੂੰ ਕੌਸ਼ੀਅਸ ਹੋਣਾ ਚਾਹੀਦਾ, ਇਹਦੇ ਬਾਰੇ ਥੋੜਾ ਜਿਹਾ ਸਤਰਕ ਹੋਣ ਦੀ ਲੋੜ ਆ। ਉਹਦਾ ਤੁਹਾਨੂੰ ਇੱਕ ਰੂਪ ਜਿਹੜਾ ਫਤਿਹ ਬੁਰਜ ਦੇ ਜਿਹੜਾ ਇਹ ਕਰਕੇ ਲਾਈਟਾਂ ਦਾ ਉਹਨਾਂ ਨੇ ਪਾਇਆ, ਉੱਥੇ ਤੁਹਾਨੂੰ ਨਜ਼ਰ ਆ ਗਿਆ। ਬਾਕੀ ਇਹ ਗੱਲ ਵੱਖਰੀ ਆ ਕਿ ਫਿਰ ਫਟ ਦੇਣੀ ਜਦੋਂ ਪ੍ਰੋਟੈਸਟ ਹੋਇਆ ਤੇ ਉਹਨਾਂ ਨੇ ਇਹ ਵਾਪਸ ਕਰ ਲਿਆ। ਇੰਦੌਰ ਦੇ ਵਿੱਚ ਇਮਲੀ ਸਾਹਿਬ ਗੁਰਦੁਆਰਾ, ਉੱਥੇ ਤਿਰੰਗਾ ਜਾ ਕੇ, ਉੱਥੇ ਦੇਖੋ ਘੱਟ ਗਿਣਤੀਆਂ ਆ। ਨਹੀਂ ਕਰਨਾ ਚਾਹੀਦਾ। ਅਸੀਂ ਪਾਕਿਸਤਾਨ 'ਚ ਥੋੜੀ ਬੈਠੇ ਆਂਗੇ ਜਿਸ ਤਰ੍ਹਾਂ ਮਰਜ਼ੀ, ਜਾਂ ਅਫਗਾਨਿਸਤਾਨ ਥੋੜੇ ਬੈਠੇ ਆਂਗੇ ਜਿੱਥੇ ਮਰਜ਼ੀ ਗੁਰਦੁਆਰੇ 'ਚ ਵੜ ਕੇ ਤੁਸੀਂ ਧੱਕਾ ਕਰੋਗੇ। ਉੱਥੇ ਤੇ ਆ ਗਏ ਸਿੱਖ, ਪਰ ਇਹ ਤੇ ਸਾਡਾ ਦੇਸ਼ ਆ। ਇਸ ਤਰ੍ਹਾਂ ਘੱਟ ਗਿਣਤੀਆਂ ਜਿਹੜੀਆਂ ਪਹਿਲਾਂ ਹੀ ਅਸੁਰੱਖਿਅਤ ਮਹਿਸੂਸ ਕਰਦੀਆਂ, ਕੁਛ ਨਾ ਕੁਛ ਛੇੜਖਾਨੀ ਦੀ ਉਹਨਾਂ ਨੂੰ ਖਦਸ਼ਾ ਰਹਿੰਦਾ ਆ। ਤੁਹਾਨੂੰ ਉਹਨਾਂ ਨੂੰ ਸ਼ਾਬਾਸ਼ੀ ਦੇ ਕੇ ਰੱਖਣੀ ਪਊਗੀ, ਤਾਂ ਹੀ ਇਹ ਸੱਚੀ ਆਜ਼ਾਦੀ ਦੇ ਜਿਹੜੇ ਅੰਮ੍ਰਿਤ ਮਹਾ ਉਤਸਵ ਦਾ ਕੁਝ ਤੁਹਾਨੂੰ ਖੁਸ਼ਬੂ ਆਊਗੀ। ਨਹੀਂ ਤੇ ਕੰਮ ਜਿਸ ਤਰੀਕੇ ਨਾਲ ਅੱਜ ਦੀ ਤਰੀਕ 'ਚ ਚੱਲ ਰਿਹਾ, ਉਹ ਵੀ ਏਡੇ ਸ਼ੁਭ ਦਿਹਾੜੇ ਦੇ ਉੱਤੇ, ਆਜ਼ਾਦੀ ਦੇ ਦਿਹਾੜੇ ਦੇ ਉੱਤੇ, ਤੇ ਜਿਹੋ ਜਿਹੀਆਂ ਸ਼ਰਾਰਤਾਂ ਕੀਤੀਆਂ ਜਾਣਗੀਆਂ ਤੇ ਉਹ ਲੋਕਾਂ ਦੇ ਉੱਤੇ ਕੋਈ ਬਹੁਤਾ ਚੰਗਾ ਅਸਰ ਆਜ਼ਾਦੀ ਦਾ ਨਹੀਂ ਛੱਡਦੇ। ਆਜ਼ਾਦੀ ਦਿਹਾੜਾ ਮਨਾਉਣ ਤੋਂ ਬਾਅਦ ਭਗਵੰਤ ਮਾਨ ਹੋਰਾਂ ਨੇ ਜਿਹੜਾ ਦੇਰ ਸ਼ਾਮ 7 ਵਜੇ ਦੇ ਕਰੀਬ ਆ ਕੇ ਲੋਕਾਂ ਨੂੰ, ਜਿਵੇਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਨੇ ਉਦਾਂ ਲੋਕਾਂ ਦੇ ਰੂਬਰੂ ਹੋਏ, ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ। ਪੰਜਾਬ ਦੀ ਜਿਹੜੀ ਸਿੱਖਿਆ ਉਹ ਵਰਲਡ ਲੈਵਲ ਦੀ ਕਰਨੀ ਹੈ। ਹਰਜੋਤ ਬੈਂਸ ਹੋਰਾਂ ਦਾ ਵੀ ਬਿਆਨ ਚੱਲ ਰਿਹਾ ਸੀਗਾ ਮੀਡੀਆ 'ਚ, ਉਹ ਵੀ ਕਹਿੰਦੇ ਸੀ, ਸਿੱਖਿਆ ਮੰਤਰੀ ਨੇ ਪੰਜਾਬ ਦੇ, ਉਹ ਕਹਿੰਦੇ ਕਿ ਅਸੀਂ
ਪ੍ਰਿੰਸੀਪਲ ਜਿਹੜੇ ਨੇ ਉਹ ਬਾਹਰਲੇ ਮੁਲਕਾਂ 'ਚ ਭੇਜ ਰਹੇ ਨੇ, ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ, ਉੱਥੇ ਜਾਣਗੇ, ਦੇਖ ਕੇ ਆਉਣਗੇ ਉੱਥੋਂ ਦੇ ਮਾਡਲ, ਤੇ ਉਹੋ ਜਿਹੀ ਸਿੱਖਿਆ ਫਿਰ ਪੰਜਾਬ ਦੇ ਵਿੱਚ ਅਸੀਂ ਬਣਾਵਾਂਗੇ। ਚਲੋ, ਨਾਲੋਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਇੱਕ ਅੱਧਾ ਦਿਨ ਪੁਰਾਣੀ ਚੱਲ ਰਹੀ ਹੈ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਦਿੱਲੀ ਦੇ 2 ਗੇੜੇ ਰੱਖ ਲਏ ਮਹੀਨੇ ਦੇ ਵਿੱਚ, ਮੈਂ ਜਾ ਕੇ ਉੱਥੇ ਮੰਤਰੀ ਸੰਤਰੀ ਮੇਰੇ ਦੋਸਤ ਨੇ, ਤੇ ਜਿਹੜਾ ਬਕਾਇਆ ਪੰਜਾਬ ਦਾ, ਜਿਵੇਂ 1760 ਕਰੋੜ ਇੱਕ ਆ ਗਿਆ, 700 ਕਰੋੜ ਵਿਆਜ ਆ ਗਿਆ, 24-2500 ਕਰੋੜ ਦੀ ਗੱਲ ਕਰਦੇ ਨੇ ਕਿ ਮੈਂ ਲੈ ਕੇ ਆ ਰਿਹਾ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਵਾਂਗੇ। ਪਰ ਮੈਂ ਇੱਥੇ ਪ੍ਰੋਫੈਸਰ ਨਾਲ ਜੋੜਦੇ ਹਾਂ ਕਿ ਹੁਣ ਤੱਕ ਪੰਜਾਬ ਦੀ ਕੋਈ ਐਗਰੀਕਲਚਰ ਪਾਲਿਸੀ ਨਹੀਂ ਹੈਗੀ। ਸੁਖਵਿੰਦਰ, ਇੱਥੇ ਰਾਘਵ ਚੱਡੇ ਨੂੰ ਕਮਾਂਡ ਫੜਾ ਕੇ ਉੱਥੇ ਹੀ ਬੈਠ ਜਾਏ ਆਪਣੇ ਯਾਰਾਂ ਕੋਲ, ਤੇ ਬਥੇਰਾ ਪੈਸਾ ਰੋਜ਼ ਦਾ ਇੱਕ ਪਾਈਪ ਲਾ ਲੇ, ਜਿਵੇਂ ਰੂਸ ਦਾ ਗੈਸ ਤੇ ਤੇਲ ਜਿਹੜਾ ਯੂਰਪ ਨੂੰ ਤੇ ਜਰਮਨੀ ਸਾਰੇ ਨੂੰ ਪਾਈਪਾਂ ਰਾਹੀਂ ਜਾਂਦਾ, ਉੱਥੇ ਪਾਈਪ ਲਾ ਦੇ, ਪੈਸੇ ਉਧਰੋਂ ਭੇਜੀ ਜਾਵੇ, ਇੱਥੇ ਆਈ ਜਾਣਗੇ, ਕੋਈ ਰਾਹ 'ਚ ਡਾਕੇ ਦੀ ਵੀ ਕੋਈ ਡਰ ਨਹੀਂ ਰਹੂਗਾ। ਕੀ ਗੱਲਾਂ ਮਾਰਦੇ ਆ, ਸੈਂਟਰ ਇੱਲਾਂ ਦੇ ਆਲਣਿਆਂ ਚੋਂ ਮਾਸ ਲੱਭਦੇ ਆ, ਉਹ ਚਰੂੰਡ ਕੇ ਸਾਰੇ ਦੇਸ਼ ਨੂੰ ਖਾਈ ਤੁਰੇ ਜਾਂਦੇ। ਉਹਨਾਂ ਨੇ ਖਾਈ ਵੀ ਜਾਣਾ, ਉਹਨਾਂ ਨੇ ਤੁਹਾਡਾ ਦੁੱਧ ਲੱਸੀ ਪਾਣੀ ਤੇ ਛੱਡਿਆ ਨਹੀਂਗਾ, ਜੇ ਤੇ ਹੁਣ ਨਹੀਂ ਟੈਕਸ ਲਾਇਆ। ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੇ ਲੂਣ ਮਿਰਚ ਛੋਟੀ ਤੋਂ ਛੋਟੀ ਧੂਪ ਅਗਰਬੱਤੀ ਤੇ ਟੈਕਸ ਲਾ ਕੇ ਛੱਡਿਆ? ਕੁਛ ਨਹੀਂ। ਤੇ ਜਿਹੜੇ ਉਹਨਾਂ ਤੋਂ ਤੁਹਾਨੂੰ ਤੁਹਾਡੇ ਯਾਰੀ ਦੋਸਤੀ ਦੇ ਨਾਲ ਮੋਦੀ ਜੀ ਨੇ ਟਰੰਪ ਨੂੰ ਯਾਰ ਬਣਾਇਆ ਸੀਗਾ, ਤੇ ਉਹਦਾ ਕੀ ਹਾਲ ਹੋਇਆ? ਤੁਸੀਂ ਹੁਣ ਜਿਹੜੇ ਨਵੇਂ ਯਾਰ ਉਹ ਬਣਾਏ ਆ, ਜਾਂ ਤੇ ਆਪਣਾ ਹਾਲ ਦੇਖ ਲਓ ਜਾਂ ਉਹਨਾਂ ਦਾ ਹਾਲ ਦੇਖ ਲਓ। ਕੁਛ ਨਾ ਕੁਛ ਇਹੋ ਜਿਹੀਆਂ ਯਾਰੀਆਂ ਜਿਹੜੀਆਂ ਅਣਸਖਾਵੀਆਂ ਰਿਸ਼ਤੇ ਤੁਸੀਂ ਉਹਨਾਂ 'ਚ ਯਾਰੀਆਂ ਦੀ ਲੱਭਦੇ ਆ, ਜ਼ਬਰਦਸਤੀ ਲੱਭਦੇ ਆ, ਉਹ ਕਈ ਵਾਰੀ ਬਹੁਤ ਮਹਿੰਗੀਆਂ ਪੈਂਦੀਆਂ ਆ। ਐਵੇਂ ਨਾ ਕਿਤੇ ਮੋਢਿਆਂ ਤੇ ਚੜੀ ਜਾਇਓ। ਨਵਾਂ ਠੀਕ ਹੈ, ਤੁਹਾਨੂੰ ਚੀਫ ਮਿਨਿਸਟਰੀ ਦਾ ਚਾਅ ਆ, ਅਗਲੇ ਵੀ ਕਹਿੰਦੇ ਲਓ ਜੀ ਸਾਡੇ ਚੀਫ ਮਿਨਿਸਟਰ ਆਇਆ, ਕੋਈ ਸੈਲਫੀ ਖਿੱਚੋ, ਕੋਈ ਫੋਟੋ ਲਵਾਓ, ਕੁਛ ਆਹ ਕਰੋ। ਪਰ ਇਹ ਗੱਲ ਸਮਝ ਲਓ, ਉਹ ਜੋ ਬੰਦੇ ਬੈਠੇ ਤੁਹਾਡੇ ਯਾਰ, ਉਹਨਾਂ ਦੇ ਹੱਥ ਕੁਛ ਨਹੀਂ ਹੁੰਦਾ, ਉਹ ਤੇ ਮੋਦੀ ਦੇ ਹੱਥ ਵੀ ਨਹੀਂ ਹੈਗਾ। ਉਹ ਪਿੱਛੋਂ ਕੁਝ ਸ਼ਕਤੀਆਂ ਸਾਰੀ ਚੀਜ਼ ਨੂੰ ਚਲਾ ਰਹੀਆਂ ਹੁੰਦੀਆਂ, ਉਹਨਾਂ ਦੀਆਂ ਜੜ੍ਹਾਂ ਦੇਸ਼ 'ਚ ਵੀ ਹੁੰਦੀਆਂ, ਵਿਦੇਸ਼ 'ਚ ਵੀ ਹੁੰਦੀਆਂ। ਇਹ ਐਵੇਂ ਨਹੀਂ ਸੱਤਾ ਚੱਲਦੀ। ਪਿੰਡਾਂ ਵਾਲੀਆਂ ਉਹ ਜਿਹੜੀਆਂ ਸੱਥਾਂ ਵਾਲੀਆਂ ਗੱਲਾਂ ਨਾ ਕਰਿਆ ਕਰੋ ਕਿ ਉੱਥੇ ਬਹਿ ਗਏ, ਓਏ ਉਹ ਆਪਣਾ ਹੀ ਬੰਦਾ, ਲੈ ਮੈਨੂੰ ਕੰਮ ਦੱਸ ਦੂੰ, ਲੈ ਜਾਂਦਿਆਂ ਮੈਂ ਕਰਵਾ ਦੂੰ। ਇਹ ਗੱਲਾਂ ਛੱਡ ਦਿਓ, ਇਹ ਸਿਆਣੀਆਂ ਗੱਲਾਂ ਨਹੀਂ ਹੈ। ਜਿਹੜੇ ਰਾਜਨੀਤਿਕ ਰਿਸ਼ਤੇ, ਸੱਤਾ ਦੇ ਰਿਸ਼ਤੇ, ਉਹ ਬੜੇ ਕੰਪਲੀਕੇਟਡ ਹੁੰਦੇ ਆ। ਉਹਦੇ 'ਚ ਬਹੁਤਾ ਕੁਛ ਨਿੱਜੀ ਕਿਸੇ ਦੇ ਡਿਸਕ੍ਰਿਸ਼ਨ ਤੇ ਫੈਸਲੇ ਤੇ ਨਹੀਂ ਪਿਆ ਹੁੰਦਾ। ਚਲੋ, ਇਹ ਤਾਂ ਗੱਲ ਪ੍ਰੋਫੈਸਰ ਮੁੱਖ ਮੰਤਰੀ ਸਾਹਿਬ ਦੀ ਰਹੀ, ਪਰ ਮੈਂ ਇੱਕ ਹੋਰ ਜਾਣਕਾਰੀ ਇੱਥੇ ਆਪਾਂ ਐਡ ਕਰੀਏ ਕਿ 16 ਅਗਸਤ ਦਾ ਦਿਨ ਅੱਜ ਬੜਾ ਅਹਿਮ ਹੋਣ ਵਾਲਾ ਹੈ। ਇੱਕ ਤਾਂ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਇਨਸਾਫ ਮੋਰਚੇ ਨੇ ਆਪਣਾ ਇਕੱਠ ਸੱਦਿਆ ਹੋਇਆ, ਦੂਜੇ ਬੰਨੇ 16 ਅਗਸਤ ਦਾ ਦਿਨ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਸਮੂਹਿਕ ਅਰਦਾਸ ਵੀ ਹੋਣੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਿਹੜੇ ਵੰਡ ਦੌਰਾਨ ਮਾਰੇ ਗਏ ਸੀ ਉਹਨਾਂ ਨੂੰ ਲੈ ਕੇ ਯਾਦ ਕੀਤਾ ਕਿ ਅਸੀਂ ਹਰ ਸਾਲ ਮਨਾਇਆ ਕਰਾਂਗੇ 14 ਅਗਸਤ ਦਾ ਦਿਨ। ਤੇ ਜੇ ਮੈਂ ਸਵਾਲ ਇੱਥੇ ਲਿਆ ਕੇ ਖਤਮ ਕਰਾਂ ਕਿ ਸਰਕਾਰ ਪੰਜਾਬ ਦੀ ਦੇ ਲਈ ਔਖਾ ਸਮਾਂ ਜਿਹੜਾ ਉਹ ਸ਼ੁਰੂ ਹੋ ਗਿਆ। ਇਹ ਕਹਿੰਦੇ ਨੇ ਕਿ ਅਸੀਂ ਬੜੇ ਚੰਗੇ ਕੰਮ ਕਰਨੇ ਨੇ, ਪਰ ਬੇਅਦਬੀ ਦਾ ਮਸਲਾ ਜਿਹੜਾ ਉਹ ਸਿਰ ਤੇ ਤਲਵਾਰ ਲਟਕਣ ਦੇ ਬਰਾਬਰ ਹੈ। ਦੇਖੋ, ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ 15 ਅਗਸਤ ਲੰਘਾਉਣਾ ਸੀ, ਉਹ ਲੰਘਾ ਲਿਆ। ਉਹ ਕੰਮ ਲਟਕਦਾ ਲਟਕੀ ਜਾਣਾ ਆ। ਇਹਨਾਂ ਕੋਲ ਜਾਂ ਤੇ ਇੱਛਾ ਸ਼ਕਤੀ ਨਹੀਂ, ਜਾਂ ਇਹਨਾਂ ਕੋਲ ਰਾਜਨੀਤਿਕ ਦਬਾਅ ਆ, ਕੋਈ ਪਿੱਛੋਂ ਚਾਬੀ ਮਰੋੜਦਾ। ਚਾਬੀ ਕਿਹਦੇ ਕੋਲ? ਇਹਨਾਂ ਦੀ ਪਤਾ ਹੀ ਹੈ ਤੁਹਾਨੂੰ, ਦਿੱਲੀ 'ਚ ਹੀ ਹੈ। ਕੁਛ ਨਾ ਕੁਛ ਗੱਲ ਤੇ ਹੈ, ਨਹੀਂ ਤੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਫੜੇ ਨਹੀਂ ਜਾ ਸਕਦੇ। ਹੁਣ ਜਦੋਂ ਤੇ ਪੁਲਿਸ ਦਾ ਕੋਈ ਬੰਦਾ ਕੰਮ ਤੇ ਡਿਊਟੀ ਤੇ ਸ਼ਹੀਦ ਹੋਊਗਾ, ਜਾਂ ਜਿਹਦੀ ਡੈਥ ਹੋਊਗੀ, ਕਹਿੰਦੇ ਆ ਉਹਨੂੰ 1 ਕਰੋੜ ਰੁਪਇਆ ਤੁਰੰਤ ਦਿਆਂਗੇ। ਜੇ ਕੋਈ ਹੋਰ ਮਰੂਗਾ ਜਾਂ ਕਿੱਦਾਂ ਹੋਊਗਾ, ਜਾਂ ਕਿਸੇ ਦੀ ਵੀ ਕੋਈ ਐਕਸੀਡੈਂਟਲ ਡੈਥ ਕੰਮ ਕਰਦੇ ਦੀ, ਕਿਸੇ ਵਰਕਰ ਦੀ, ਮਜ਼ਦੂਰ ਦੀ, ਕਿਸਾਨ ਦੀ, ਕੰਮ ਕਰਦਿਆਂ ਦੀ ਹੋ ਜੂ, ਉਹਨੂੰ ਫੁੱਟੀ ਕੌੜੀ ਵੀ ਨਹੀਂ ਮਿਲਦੀ। ਉਹਦਾ ਕੰਮ ਨਹੀਂ, ਇਹਨਾਂ ਦਾ ਕੰਮ ਆ। ਕਾਰਨ ਕੀ ਹੈ? ਇਹ ਉਹਨਾਂ ਦੇ ਵਿਰੁੱਧ ਨਹੀਂ ਕੁਝ ਕਰ ਸਕਦੇ। ਉਹਨਾਂ ਦੇ ਸਿਰ ਤੇ ਇਹੋ ਜਿਹੀਆਂ ਸ਼ਕਤੀਆਂ ਚੱਲਦੀਆਂ, ਫੌਜਾਂ ਤੇ ਪੁਲਿਸ ਦੇ ਡੰਡੇ ਦੇ ਸਿਰ ਤੇ ਚੱਲਦੀਆਂ, ਤੇ ਗੱਲਾਂ ਇਹ ਕਰਨਗੇ ਇਨਕਲਾਬ ਜਿੰਦਾਬਾਦ। ਅਸਲੀਅਤ ਇਹ ਹੈ, ਇਹ ਤੇ ਪੰਜਾਬ ਨੇ ਕੀਤਾ ਨਾ, ਕੇਜਰੀਵਾਲ ਨੇ ਐਲਾਨ ਕਰਕੇ ਕਰਵਾਇਆ, ਤੇ ਪਿੱਛੇ ਜੇ ਇਨਾਮ ਦਿੱਤਾ, ਕਿਸੇ ਨੂੰ ਦਿੱਤਾ ਵੀ 1 ਕਰੋੜ ਰੁਪਇਆ। ਇਹ ਜਿਹੜੀਆਂ ਗੱਲਾਂ ਇਸ ਤਰੀਕੇ ਨਾਲ, ਇਸ ਤਰ੍ਹਾਂ ਦੇ ਐਲਾਨ ਕਰਨੇ, ਇਸ ਕਿਸਮ ਦੀ ਇੱਕ ਉਹ ਸ਼ਕਤੀਆਂ ਨੂੰ ਜਿਹੜੀਆਂ ਲੋਕਾਂ ਤੇ ਡੰਡੇ ਚਲਾਉਣ ਜਾਂ ਲੋਕਾਂ ਨੂੰ ਦਬਾਉਣ, ਲੋਕ ਆਵਾਜ਼ ਨੂੰ ਦਬਾਉਣ, ਜਦੋਂ ਉਹਨਾਂ ਨੂੰ ਸਸ਼ਕਤ ਕਰਨ ਲਈ, ਆਨਰ ਕਰਨ ਲਈ ਤੁਸੀਂ ਲਗਾਤਾਰ ਤਿਆਰ ਰਹਿੰਦੇ ਆ, ਤਾਂ ਫਿਰ
ਉਹਨਾਂ ਦੇ ਵਿਰੁੱਧ ਫੈਸਲੇ ਨਹੀਂ ਤੁਸੀਂ ਲੈ ਸਕਦੇ, ਉੱਥੇ ਪੁਲਿਸ ਵਾਲਿਆਂ ਦੇ ਵਿਰੁੱਧ ਫੈਸਲੇ ਲੈਣੇ ਪੈਣੇ, ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਨਹੀਂ ਹੈਗੀ, ਕਿਉਂਕਿ ਇਹ ਉਹਨਾਂ ਦੇ ਸਿਰ ਤੇ ਚੱਲਣਾ ਚਾਹੁੰਦੇ, ਲੋਕਾਂ ਦੇ ਮਤ ਤੇ, ਲੋਕਾਂ ਦੇ ਵਿਸ਼ਵਾਸ ਤੇ, ਲੋਕਾਂ ਦੇ ਭਰੋਸੇ ਤੇ ਨਹੀਂ ਚੱਲ ਸਕਦੇ, ਕਿਉਂਕਿ ਲੋਕਾਂ ਦੇ ਮਜ਼ਾਰੇ ਹੀ ਇੰਨੇ, ਲੋਕਾਂ ਦਾ ਗੁੱਸਾ ਹੀ ਇੰਨਾ, ਚੱਲਣ ਦੀ ਉਹਨਾਂ 'ਚ ਇਹਨਾਂ ਦੇ ਵਿੱਚ ਹਿੰਮਤ ਹੀ ਨਹੀਂ ਪੈ ਰਹੀ। ਤਾਈਆਂ ਤੇ 3000 ਪੁਲਿਸ ਲਾਈ ਉੱਥੇ ਲੁਧਿਆਣੇ ਗੁਰੂ ਨਾਨਕ ਸਟੇਡੀਅਮ ਤੇ, 1100 ਕੈਮਰੇ ਲਾਏ ਕਿ ਪਤਾ ਨਹੀਂ ਕਿਹੜਾ ਕਿੱਥੋਂ ਉੱਪਰੋਂ ਹਮਲਾ ਹੋਣਾ ਕਿ ਕਿੱਥੋਂ ਹਮਲਾ ਹੋਣਾ, ਇੰਨਾ ਕੁਛ। ਇਹ ਹਾਲਾਤ ਤਾਂ ਹੀ ਬਣ ਰਹੇ ਹੈਗੇ ਆ। ਦੂਸਰੀ ਗੱਲ, ਜਿਹੜੀ ਗੱਲ ਕਿ ਜਿਹੜੇ ਇੱਥੇ ਉਦੋਂ ਵੱਢ ਕੱਟ ਦੇ ਵਿੱਚ ਸਾਡੇ ਲੋਕ ਮਾਰੇ ਗਏ, 10 ਲੱਖ ਦੇ ਲੋਕ ਮਾਰੇ ਗਏ, ਉਹਦੇ 'ਚ ਜਗ੍ਹਾ ਜਗ੍ਹਾ ਪਛਤਾਪ ਹੁੰਦਾ। ਕੱਲ ਇੱਕ ਇਸੇ ਗੱਲ ਦੇ ਉੱਤੇ 27ਵਾਂ ਸੈਮੀਨਾਰ ਵੀ ਹੋਇਆ, ਜਿਹੜੀ ਇੰਡੋ ਪਾਕਿਸਤਾਨ ਫਰੈਂਡਸ਼ਿਪ ਸੁਸਾਇਟੀ, ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਆ, ਉਹ ਮਾਨਕ ਹੁਣੀ ਤੇ ਹੋਰ ਇਥੋਂ ਸੁਖਦੇਵ ਸਿੰਘ ਸਰਸਾ ਵਗੈਰਾ ਸਾਰੇ ਉੱਥੇ ਸੀਗੇ ਕਾਫੀ, ਈਵਨ ਮਣੀ ਸ਼ੰਕਰ ਅਈਅਰ ਵੀ ਉੱਥੇ ਪਾਰਟਿਸਿਪੇਟ ਕੀਤੇ। ਉੱਥੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇਹੋ ਜਿਹਾ ਰੱਖਿਆ ਸੀ, ਉੱਥੇ ਵੀ ਇਹ ਗੱਲਾਂ ਸਾਰੀਆਂ ਹੋਈਆਂ, ਫਰੈਂਡਸ਼ਿਪ ਹੋਵੇ, ਪਛਤਾਵਾ ਹੋਵੇ। ਅੱਜ ਕੇਂਦਰੀ ਸਿੰਘ ਸਭਾ ਲੁਧਿਆਣਾ ਦੇ ਵਿੱਚ ਮੈਂ ਵੀ ਉੱਥੇ ਸੀਗਾ, ਪਿਆਰੇ ਲਾਲ ਗਰਗ, ਫਿਰ ਜਸਪਾਲ ਸਿੰਘ ਸਿੱਧੂ ਜਰਨਲਿਸਟ, ਧਰਮਵੀਰ ਗਾਂਧੀ ਜਿਹੜੇ ਪਹਿਲਾਂ ਆਪ ਦੇ ਰਹੇ ਹੋਏ ਆ, ਐਮਪੀ ਰਹੇ ਆ, ਇਹ ਸਾਰੇ ਉੱਥੇ ਅਰਦਾਸ 6ਵਾਂ ਸਾਲ ਹੋ ਗਿਆ ਅਰਦਾਸ ਕਰਦੇ ਆ। ਅਸੀਂ ਉੱਥੇ ਅਰਦਾਸ ਵਿੱਚ ਸ਼ਾਮਲ ਹੁੰਦੇ ਹਾਂ ਸੁਖਵਿੰਦਰ, ਇਸ ਗੱਲ ਹੀ ਕਿ ਉਹ ਵਿਛੜੀਆਂ ਰੂਹਾਂ ਨੂੰ ਯਾਦ ਕਰਕੇ, ਤੇ ਉਸ ਸਮਾਗਮ ਅਰਦਾਸ ਸਮਾਗਮ ਤੋਂ ਬਾਅਦ ਅਸੀਂ ਇੱਕ ਪਛਤਾਪ ਦੇ ਉੱਤੇ ਵੀ ਸੈਮੀਨਾਰ ਕਰਦੇ ਹਾਂ। ਉਹ ਅੱਜ ਵੀ ਇਹੋ ਹੀ ਕਿਸਮ ਦਾ ਸੈਮੀਨਾਰ ਵਿਚਾਰ ਗੋਸ਼ਟੀ ਸੀਗੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਤੇ ਮੇਰਾ ਖਿਆਲ ਇਹ ਬੜੀ ਚੰਗੀ ਸ਼ੁਰੂਆਤ ਆ ਕਿ ਅਸੀਂ ਇੰਨਾ ਗਲਤ ਕੰਮ ਕੀਤਾ, ਕਿਸੇ ਵੀ ਸਿੱਖੀ ਫਲਸਫੇ ਨਾਲ, ਸਿੱਖੀ ਵਿਚਾਰ ਨਾਲ, ਸਿੱਖੀ ਰਹੁ ਰੀਤਾਂ ਦੇ ਨਾਲ ਸ਼ਾਮਿਲ ਹੀ ਨਹੀਂ ਹੁੰਦਾ ਕਿ ਅਸੀਂ ਨਿਹੱਥੇ ਲੋਕਾਂ ਨੂੰ ਮਾਰ ਮਾਰ ਕੇ, ਬੜੇ ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਦੀਆਂ ਨੰਗੀਆਂ ਕਰਕੇ ਪਰੇਡਾਂ ਕੀਤੀਆਂ ਗਈਆਂ ਸੀਗੀਆਂ। ਫਿਰ ਸਾਡੀਆਂ ਔਰਤਾਂ ਨੇ ਕਿਹਾ ਕਿ ਜੇ ਇਹਨਾਂ ਦਾ ਇਹ ਪਰੇਡਾਂ ਇਹੋ ਜਿਹੀਆਂ ਬੰਦ ਨਹੀਂ ਕਰਦੇ ਤੇ ਅਸੀਂ ਵੀ ਆਪਣੇ ਕੱਪੜੇ ਧਾਰ ਕੇ ਇਹਨਾਂ ਦੇ ਨਾਲ ਸ਼ਾਮਲ ਹੋਵਾਂਗੇ। ਇਹਨਾਂ ਦਬਕਾ ਮਾਰਿਆ, ਉਹ ਵੀ ਅੰਦਰੋਂ ਆਇਆ, ਕੀ ਕੁਛ ਨਹੀਂ ਹੋਇਆ। ਉਸ ਦਾ ਪਛਤਾਪ ਤੇ ਕਰਨਾ, ਤਾਂ ਹੀ ਅਸੀਂ ਨੇੜੇ ਆਵਾਂਗੇ, ਤਾਂ ਹੀ ਸਾਡੇ ਅੰਦਰ ਜਿਹੜੀ ਸਾਡੇ 'ਚ ਨਿਮਰਤਾ ਆਊਗੀ, ਸਾਡੇ 'ਚ ਇੱਕ ਸਬਕ ਸਿੱਖਣ ਦੀ ਹਿੰਮਤ ਪੈਦਾ ਹੋਊਗੀ। ਕੱਲੇ ਇਮੋਸ਼ਨਲ ਹੋ ਕੇ ਨਹੀਂ ਚੱਲਣਾ। ਮੇਰਾ ਖਿਆਲ ਹੈ ਕਿ ਇਹ ਜਿਹੜਾ ਐਸਜੀਪੀਸੀ ਨੇ ਕੀਤਾ ਜਾਂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਾਲੇ ਲਗਾਤਾਰ ਪਿਛਲੇ 6 ਸਾਲਾਂ ਤੋਂ ਕਰ ਰਹੇ ਆ, ਹੋਰ ਵੀ ਸਾਰੇ ਸਾਡੇ ਸਾਥੀ ਸਤਨਾਮ ਮਾਨਕੁਣੀ ਕਰਦੇ ਰਹਿੰਦੇ ਲਗਾਤਾਰ, ਇਹ ਉਪਰਾਲੇ ਪੀਪਲ ਟੂ ਪੀਪਲ ਉਪਰਾਲੇ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਜਿੱਤੇ, ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਕਿ ਘੱਟੋ ਘੱਟ ਕਿਸੇ ਨੇ ਵੀ, ਜਾਂ ਉਹਨਾਂ ਦੇ ਆਪਣੇ ਮਨ 'ਚ ਆਇਆ, ਜੋ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਉਹਨਾਂ ਸ਼ਹੀਦਾਂ ਨੂੰ ਜਿਹੜੇ ਉੱਥੇ ਇਸ ਪਾਰਟੀਸ਼ਨ ਦੇ ਵਿਕਟਮ ਬਣੇ, ਸ਼ਿਕਾਰ ਹੋਏ, ਉਹਨਾਂ ਸਾਰੇ ਲੋਕਾਂ ਨੂੰ ਯਾਦ ਕਰਕੇ ਪਛਤਾਪ ਕਰਨਾ ਔਰ ਉਹਨਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਦੇਣੀ, ਇਹ ਮੈਨੂੰ ਲੱਗਦਾ ਕਿ ਪਾਕਿਸਤਾਨ ਤੋਂ ਵੀ ਆਉਣੀ ਚਾਹੀਦੀ ਹੈ। ਔਰ ਸਾਡੇ ਪ੍ਰਧਾਨ ਮੰਤਰੀ ਨੇ ਇਹ ਕਰਕੇ ਸਾਡੇ ਦੇਸ਼ ਦਾ ਔਰ ਖਾਸ ਕਰਕੇ ਪੰਜਾਬੀਆਂ ਦਾ, ਜਿੱਥੇ ਵੱਢ ਟੁੱਕ ਬਹੁਤ ਹੋਈ, ਬਹੁਤ ਮਾਣ ਉੱਚਾ ਕੀਤਾ। ਦੂਜੀ ਗੱਲ ਮੈਂ ਲਾਸਟ ਜਾਂਦੇ ਜਾਂਦਿਆਂ ਕਰਦੇ ਹਾਂ ਕਿ ਇਮਰਾਨ ਖਾਨ ਹੁਣੀ ਉਧਰ, ਤੁਹਾਨੂੰ ਪਤਾ ਆਪੋਜੀਸ਼ਨ ਪਾਰਟੀ ਦੇ ਵਿੱਚ, ਪੀਟੀਆਈ ਉਹਨਾਂ ਦੀ ਪਾਰਟੀ ਦਾ ਨਾਂ ਇਹ ਜਿਹਾ ਹੈ ਕੁਛ, ਉਹਨਾਂ ਨੇ ਸਾਡੇ ਵਿਦੇਸ਼ ਮੰਤਰੀ ਦੀ ਵੀਡੀਓ ਚਲਾ ਕੇ ਆਪਣੀ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ, ਸ਼ਰੀਫ ਸਾਹਿਬ ਨੂੰ ਫਟਕਾਰ ਹੀ ਪਾਈ ਕਹੋ ਜਾਂ ਉਹਨਾਂ ਨੂੰ ਸ਼ਰਮਿੰਦੇ ਕੀਤਾ ਕਹੋ। ਹੱਦ ਹੋ ਗਈ। ਉਹਨਾਂ ਨੇ ਕਿਹਾ ਕਿ ਦੇਖੋ, ਜਦੋਂ ਇਹ ਗੱਲ ਤੇ ਆਈ ਕਿ ਅਮਰੀਕਾ ਨੇ ਬਾਹਾਂ ਮਰੋੜਨੀ ਚਾਹੀ ਭਾਰਤ ਦੀ, ਤੇ ਭਾਰਤ ਨੇ ਅੱਖਾਂ ਦਿਖਾਈਆਂ ਕਿ ਅਸੀਂ ਰੂਸ ਦਾ ਤੇਲ ਲਵਾਂਗੇ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਇਹ ਅਮਰੀਕਾ ਇਹ ਕਹਿੰਦਾ ਸੀ ਕਿ ਤੁਹਾਡਾ ਪੈਸਾ ਜਿਹੜਾ ਯੂਕਰੇਨ ਦੇ ਵਿੱਚ ਹਥਿਆਰ ਖਰੀਦਣ ਲਈ, ਫੌਜਾਂ ਚੜਾਉਣ ਲਈ ਰੂਸ ਨੂੰ ਮਦਦ ਕਰੂਗਾ, ਕਹਿੰਦਾ ਅਸੀਂ ਨਹੀਂ ਜਾਣਦੇ, ਸਾਨੂੰ ਸਸਤਾ ਤੇਲ ਮਿਲ ਰਿਹਾ, ਸਾਡਾ ਇੱਕ ਟਰਸਟਡ ਫਰੈਂਡ ਹੈਗਾ ਰੂਸ, ਤੇ ਅਸੀਂ ਤੇ ਉਹਦੇ ਨਾਲ ਖੜੇ ਹਾਂ। ਮੈਂ ਖੁਦ ਵੀ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ, ਫੋਰਨ ਪਾਲਿਸੀ ਦੇ ਵਿੱਚ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਤੇ ਬਹੁਤ ਹੀ ਹਿੰਮਤ ਵਾਲਾ ਜਿਹੜਾ ਸਾਡੀ ਵਿਦੇਸ਼ੀ ਨੀਤੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਮੈਨੂੰ ਲੱਗ ਰਿਹਾ ਹੋਊਗਾ ਸਾਡੇ ਆਉਣ ਵਾਲੇ ਸਮੇਂ 'ਚ ਵੀ। ਇਹਦੇ ਬਹੁਤ ਦੂਰ ਅੰਗਾਮੀ
ਇਹ ਸਾਡੇ ਦੇਸ਼ ਦੀ ਅਰਥ ਵਿਵਸਥਾ ਤੇ ਰਾਜਨੀਤੀ ਤੇ ਸੱਤਾ ਦੇ ਉੱਤੇ ਅਸਰ ਹੋਊਗਾ। ਇੱਕ ਬਹੁਤ ਹੀ ਚੰਗਾ ਫੈਸਲਾ ਸਾਡੀ ਸਰਕਾਰ ਨੇ ਲਿਆ ਕਿ ਉਹ ਖੜੇ ਰਹੇ। ਉਹ ਡਿੱਗ ਵੀ ਸਕਦੇ ਸੀਗੇ, ਇਕੱਲਾ ਜੈਸ਼ੰਕਰ ਨਹੀਂ ਹੋਊਗਾ, ਪਿੱਛੇ ਪ੍ਰਧਾਨ ਮੰਤਰੀ ਅਮਿਤ ਸ਼ਾਹ, ਡਿਫੈਂਸ ਮਿਨਿਸਟਰ ਸਾਰੇ ਸਾਡੇ ਨਾਲ ਹੋਣਗੇ, ਤਾਂ ਹੀ ਉਹਨਾਂ ਨੇ ਉੱਥੇ ਜਾ ਕੇ ਗੱਲ ਕੀਤੀ ਹੈ। ਔਰ ਇਮਰਾਨ ਖਾਨ ਨੇ ਇਹਨਾਂ ਦੀ ਤਾਰੀਫ ਕੀਤੀ ਤੇ ਆਪਣੇ ਸਰਕਾਰ ਨੂੰ ਥੋੜਾ ਜਿਹਾ ਕਿਹਾ ਕਿ ਕੁਝ ਉਹਨਾਂ ਤੋਂ ਹੀ ਸਿੱਖ ਲਓ, ਜੇ ਤੁਸੀਂ ਆਪਣੇ ਆਪ ਨਹੀਂ ਤੁਹਾਨੂੰ ਅਕਲ ਤੇ। ਹਾਂਜੀ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।